ਗੁਰੂ ਵਾਹਿਗੁਰੂ 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 ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀ, ਸਤਿਗੁਰੂ ਦੀ ਕਿਰਪਾ ਦੇ ਨਾਲ ਸੰਗਤ ਦੇ ਰੂਪ ਦੇ ਵਿੱਚ ਜੁੜ ਬੈਠੇ ਹਾਂ ਤੇ ਸ਼ਬਦ ਦੇ ਨਾਲ ਜੁੜਨ ਦਾ ਅਭਿਆਸ ਕਰ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ। ਅੱਜ ਆਪਾਂ ਸਬਜੈਕਟ ਨੂੰ ਲੈ ਕੇ ਚੱਲਣਾ ਹੈ ਵੀ ਸਾਡੇ ਸਰੀਰ ਦੀ ਬਣਤਰ ਕਿਸ ਤਰ੍ਹਾਂ ਹੋਈ, ਕਿਉਂਕਿ ਗੁਰੂ ਘਰ ਦੇ ਵਿੱਚ ਆਪਣੇ ਆਪ ਦੀ ਪਛਾਣ ਕਰਨ ਵਾਲੇ ਨੂੰ ਗਿਆਨੀ ਕਿਹਾ ਗਿਆ ਹੈ। ਜਿਹੜਾ ਦੂਸਰੇ ਦੀ ਵਿਚਾਰ ਕਰਦਾ ਹੈ, ਦੂਸਰੇ ਨੂੰ ਧਿਆਨ ਵਿੱਚ ਰੱਖ ਕੇ ਗੁਣਾਂ ਦੀ ਔਗੁਣਾਂ ਦੀ ਵਿਚਾਰ ਕਰਦਾ ਹੈ, ਉਸ ਨੂੰ ਮਨਮੁਖ ਕਹਿੰਦੇ ਨੇ, ਅਗਿਆਨੀ ਕਹਿੰਦੇ ਨੇ। ਇਸ ਕਰਕੇ ਅੱਜ ਆਪਾਂ ਆਪਣੀ ਪਛਾਣ ਕਰਾਂਗੇ ਵੀ ਅਸੀਂ ਕੌਣ ਹਾਂ, ਕਿਉਂਕਿ ਆਪਣੇ ਆਪ ਦੀ ਪਛਾਣ ਹੀ ਪਰਮਾਤਮਾ ਦੀ ਪਛਾਣ ਹੈ। ਆਪਣੇ ਆਪ ਨੂੰ ਮਿਲਣਾ ਹੀ ਪਰਮਾਤਮਾ ਨੂੰ ਮਿਲਣਾ ਹੈ। ਆਪ ਪਛਾਣੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ। ਸੋ ਉਸੇ ਨੂੰ ਲੈ ਕੇ ਹੁਣ ਆਪਾਂ ਦੇਖਣਾ ਹੈ ਵੀ ਜਿਸ ਸਰੀਰ ਦੇ ਵਿੱਚ ਆਪਾਂ ਆਏ ਹਾਂ, ਇਹ ਕਾਇਆ, ਇਹ ਘਰ, ਇਹ ਪਿੰਡ, ਇਹ ਕਿਸ ਤਰ੍ਹਾਂ ਤਿਆਰ ਹੋਇਆ, ਤੇ ਇਸ ਪਿੰਡ ਦੇ ਰਹਿਣ ਵਾਸਤੇ ਜੋ ਇਹ ਮਾਤਲੋਕ ਹੈ, ਇਹ ਸ੍ਰਿਸ਼ਟੀ ਹੈ, ਇਹ ਧਰਤੀ ਹੈ, ਇਹ ਕਿਸ ਤਰ੍ਹਾਂ ਪੈਦਾ ਹੋਈ, ਕਿਸ ਤਰ੍ਹਾਂ ਸੰਜੋਗ ਜੁੜੇ ਤੇ ਕਿਸ ਤਰ੍ਹਾਂ ਖੇਲ ਦੀ ਸ਼ੁਰੂਆਤ ਹੋਈ। ਆਓ ਇਸ ਤੋਂ ਆਪਾਂ ਲੈ ਕੇ ਚੱਲਾਂਗੇ। ਜਪਜੀ ਸਾਹਿਬ ਦੇ ਵਿੱਚ ਮੇਨ ਡਿਟੇਲ ਉਹਨਾਂ ਨੇ ਆਪਾਂ ਨੂੰ ਦੱਸੀ ਹੈ, ਜੋ ਤੁਸੀਂ ਰੋਜ਼ ਹੀ ਨਿਤਨੇਮ ਦੀ ਬਾਣੀ ਵਿੱਚ ਪੜ੍ਹਦੇ ਵੀ ਹੋ। ਗੁਰੂ ਨਾਨਕ ਦੇਵ ਜੀ ਉਸ ਸਮੇਂ ਤੋਂ ਇਹ ਖੇਲ ਨੂੰ ਸ਼ੁਰੂ ਕਰਦੇ ਨੇ
ਜਦੋਂ ਸ੍ਰਿਸ਼ਟੀ ਦੀ ਪੈਦਾਇਸ਼ ਨਹੀਂ ਸੀ ਹੋਈ, ਉਸ ਵਕਤ ਨਿਰੰਕਾਰ ਸੱਚ ਬ੍ਰਹਮ ਅਕਥ ਸੁਨ ਉਹ ਇਕੱਲਾ ਮੌਜੂਦ ਸੀ। ਉਸ ਪਰਮਾਤਮਾ ਦਾ ਕੋਈ ਸੰਗੀ ਨਹੀਂ ਸੀ, ਉਸ ਪਰਮਾਤਮਾ ਦਾ ਕੋਈ ਸਲਾਹ ਦੇਣ ਵਾਲਾ ਨਹੀਂ ਸੀ, ਉਹ ਆਪ ਹੀ ਮੌਜੂਦ ਸੀ। ਜਿੱਥੇ ਉਹ ਮੌਜੂਦ ਸੀ, ਉਸ ਅਸਥਾਨ ਨੂੰ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਸੱਚਖੰਡ ਕਿਹਾ ਹੈ ਤੇ ਉਸ ਨੂੰ ਮਾਲਕ ਨੂੰ ਸੱਚ ਕਿਹਾ ਹੈ। ਗੁਰਬਾਣੀ ਵਿੱਚ ਫਰਮਾਉਂਦੇ ਵੀ ਨੇ, ਸੱਚ ਸਭਨਾ ਕਾ ਖਸਮ ਹੈ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਸ ਸੱਚ ਦਾ ਕੋਈ ਵੀ ਸਰੂਪ ਨਹੀਂ ਹੈ, ਨਿਰਾਕਾਰ ਹੈ, ਜੋਤ ਹੈ, ਜੋਤ ਸਰੂਪ ਹੈ, ਨਿਰੋਲ ਸੱਚ ਹੈ। ਇਸ ਕਰਕੇ ਉਸ ਵਿੱਚ ਕੋਈ ਮਿਲਾਵਟ ਵੀ ਨਹੀਂ। ਉਸ ਨੂੰ ਹਰੀ ਵੀ ਕਹਿੰਦੇ ਨੇ, ਉਸ ਨੂੰ ਸਤ ਵੀ ਕਹਿਤਾ ਹੈ, ਹਰ ਵੀ ਕਹਿਤਾ ਹੈ। ਤੇ ਉਸ ਵਿੱਚੋਂ ਸਾਰਾ ਸੰਸਾਰ ਪੈਦਾ ਹੋ ਰਿਹਾ ਹੈ, ਉਹ ਨਿਰਮਲ ਹੈ। ਉਸ ਨਿਰੰਕਾਰ ਦੇ ਅਸੰਖਾਂ ਹੀ ਨਾਂ ਰੱਖ ਕੇ ਗੁਰੂ ਨਾਨਕ ਦੇ ਘਰ ਨੇ ਸਮਝਾਉਣ ਦਾ ਕੋਸ਼ਿਸ਼ ਕੀਤੀ, ਯਤਨ ਕੀਤਾ ਵੀ ਇਹ ਤਾਂ ਪਤਾ ਨਹੀਂ ਵੀ ਕਦੋਂ ਸੱਚ ਉਸ ਤੋਂ ਪਹਿਲਾਂ ਵੀ ਮੌਜੂਦ ਸੀ। ਆਦਿ ਸੱਚ ਹੈ, ਯੁੱਗਾਂ ਦੀ ਰਚਨਾ ਤੋਂ ਪਹਿਲਾਂ ਵੀ ਮੌਜੂਦ ਹੈ। ਇਸ ਕਰਕੇ ਉਸ ਸੱਚ ਦੇ ਅਸਥਾਨ ਨੂੰ ਸੱਚਖੰਡ ਕਿਹਾ, ਜਿੱਥੇ ਉਹ ਸੱਚ ਵਸਦਾ ਸੀ। ਤੇ ਪਰਮਾਤਮਾ ਨੂੰ ਸੱਚ, ਹਰੀ, ਨਿਰਮਲ, ਨਿਰੰਜਨ, ਇਸ ਤਰੀਕੇ ਨਾਲ ਬਹੁਤ ਸਾਰੇ ਨਾਂ ਰੱਖੇ ਗਏ। ਨਿਰੰਕਾਰ ਦਾ ਸ੍ਰਿਸ਼ਟੀ ਪੈਦਾ ਕਰਨ ਦਾ ਤਰੀਕਾ ਹੁਣ ਸਮਝਾਉਂਦੇ ਨੇ। ਇੱਥੋਂ ਪਹਿਲਾਂ ਅਜੇ ਜਿਵੇਂ ਮੈਂ ਇੱਥੇ ਕੁਝ ਨਹੀਂ ਸੀ ਲਿਖਿਆ, ਹੁਣ ਮੈਂ ਇੱਥੇ ਲਿਖ ਦਿੱਤਾ ਹੈ ਸੱਚ। ਜਦੋਂ ਨਹੀਂ ਸੀ ਕੁਝ ਵੀ, ਜੋ ਆਕਾਰ ਨਿਰਾਕਾਰ ਸੀ, ਉਹ ਹੈ ਪਰਮਾਤਮਾ ਦਾ ਸਰੂਪ, ਬ੍ਰਹਮ ਜੋ ਹੈ। ਉਸ ਬ੍ਰਹਮ ਨੂੰ ਸੱਚ ਦਾ ਨਾਂ ਦੇ ਕੇ ਮਹਾਰਾਜ ਸਮਝਾਉਂਦੇ ਨੇ ਵੀ ਕਿੰਨੀ ਦੇਰ ਉਹ ਬ੍ਰਹਮ ਇਕੱਲੇ ਰਹੇ, ਇਹ ਉਹ ਆਪ ਹੀ ਜਾਣਦੇ ਨੇ। ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਹ ਨਾ ਕੋਈ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣੇ ਸੋਈ। ਹੁਣ ਉਹ ਸ੍ਰਿਸ਼ਟੀ ਨੂੰ ਪੈਦਾ ਕਰਨ ਲੱਗੇ ਨੇ। ਸ੍ਰਿਸ਼ਟੀ ਨੂੰ ਪੈਦਾ ਕਰਨ ਲੱਗਿਆ ਉਹਨਾਂ ਨੇ ਕਿਸੇ ਦੀ ਸਲਾਹ ਨਹੀਂ ਲਈ, ਕਿਸੇ ਨਾਲ ਵਿਚਾਰ ਵਟਾਂਦਰਾ ਨਹੀਂ ਕੀਤਾ, ਸ਼ਬਦ ਪ੍ਰਗਟ ਕੀਤਾ ਹੈ। ਇੱਕ ਪਾਸੇ ਸ਼ਬਦ ਪ੍ਰਗਟ ਹੋਇਆ ਸੱਚ ਵਿੱਚੋਂ, ਤੇ ਦੂਸਰੇ ਪਾਸੇ ਇੱਕ ਪਾਸੇ ਸ਼ਬਦ ਪ੍ਰਗਟ ਹੋਇਆ ਨਿਰੰਕਾਰ ਦੇ ਵਿੱਚੋਂ, ਦੂਸਰੇ ਪਾਸੇ ਪੌਣ ਪ੍ਰਗਟ ਹੋਈ। ਸ਼ਬਦ ਨਿਰੰਕਾਰ ਦੀ ਆਵਾਜ਼ ਨੂੰ ਕਹਿੰਦੇ ਨੇ। ਜਿਸ ਤਰ੍ਹਾਂ ਆਪਾਂ ਬੋਲਦੇ ਹਾਂ, ਆਪਣੀ ਭਾਸ਼ਾ ਹੈ, ਇਹ ਲਿਖਣ ਪੜ੍ਹਨ ਵਿੱਚ ਆ ਜਾਂਦੀ ਹੈ। ਪਰ ਜੋ ਸੱਚ ਹੈ, ਸੱਚ ਦੇ ਵਿੱਚੋਂ ਜੋ ਭਾਸ਼ਾ ਪ੍ਰਗਟ ਹੋ ਰਹੀ ਹੈ, ਜੋ ਸ਼ਬਦ ਪ੍ਰਗਟ ਹੋ ਰਿਹਾ ਹੈ, ਇਹ ਲਿਖਣ ਪੜ੍ਹਨ ਵਿੱਚ ਨਹੀਂ ਆਉਂਦਾ। ਨਾ ਹੀ ਤੁਸੀਂ ਬੋਲ ਕੇ ਕਿਸੇ ਨੂੰ ਦੱਸ ਸਕਦੇ ਹੋ ਵੀ ਮੈਨੂੰ ਇਹ ਸ਼ਬਦ ਸੁਣਿਆ ਹੈ। ਅੰਦਾਜ਼ਾ ਲਾ ਸਕਦੇ ਹੋ ਵੀ ਨਿਰੰਕਾਰ ਦੀ ਆਵਾਜ਼ ਦਾ ਇਸ ਤਰ੍ਹਾਂ ਦਾ ਸਰੂਪ ਹੈ, ਇਸ ਤਰ੍ਹਾਂ ਦੀ ਧੁਨ ਹੈ। ਪਰ ਹੂ ਬਹੂ ਇਹ ਸੰਸਾਰ ਵਿੱਚ ਉਹ ਧੁਨ ਕਿਤੇ ਨਹੀਂ ਚੱਲਦੀ, ਉਸ ਨਾਲ ਮੇਲ ਖਾਂਦੀਆਂ ਧੁਨਾਂ ਚੱਲਦੀਆਂ ਨੇ। ਇਸ ਕਰਕੇ ਜਦੋਂ ਵੀ ਗੁਰਮੁਖ ਕੋਈ ਸ਼ਬਦ ਨੂੰ ਸੁਣਦਾ ਹੈ, ਉਸ ਵਿਸਮਾਦ ਵਿੱਚ ਚਲਾ ਜਾਂਦਾ ਹੈ। ਵਿਸਮਾਦ ਨਾਦ ਵਿਸਮਾਦ ਹੈ, ਤੇ ਉਸ ਦੀ ਉਸਤਤ ਵੀ ਵਿਸਮਾਦ ਹੈ। ਵਿਸਮਾਦ ਵੇਦ। ਹੁਣ ਉਸ ਵਿਸਮਾਦ ਸ਼ਬਦ ਦੀ ਵਿਆਖਿਆ ਆਪਦੀ ਭਾਸ਼ਾ ਦੇ ਵਿੱਚ ਕਰਨੀ, ਉਹ ਵੇਦ ਹੈ, ਉਹ ਸ਼ਾਸਤਰ ਹੈ, ਉਹ ਗੁਰਬਾਣੀ ਹੈ, ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਹੈ। ਜਦੋਂ ਕਿਸੇ ਵੀ ਗੁਰਮੁਖ ਦਾ ਮਨ ਉਸ ਸ਼ਬਦ ਵਿੱਚ ਸਮਾਉਂਦਾ ਹੈ, ਉਸ ਵਕਤ ਉਸ ਸ਼ਬਦ ਦੇ ਸਨਮੁਖ ਹੋ ਕੇ ਸੱਚ ਨੂੰ ਦੇਖਦਾ ਹੋਇਆ ਉਸ ਦੀ ਵਡਿਆਈ ਕਰਦਾ ਹੈ। ਉਹ ਜੋ ਸਨਮੁਖ ਹੋ ਕੇ ਕੀਤੀ ਹੋਈ ਵਡਿਆਈ ਹੈ, ਉਹ ਗੁਰਬਾਣੀ ਹੈ। ਉਸ ਨੂੰ ਮਹਾਰਾਜ ਗੁਰਬਾਣੀ ਵਿੱਚ ਬਚਨ ਲਿਖਦੇ ਨੇ, ਸਭ ਨਾਦ ਵੇਦ ਗੁਰਬਾਣੀ, ਮਨ ਤਨ ਰਤਾ ਸਾਰੰਗ ਬਾਣੀ। ਜਦੋਂ ਵੀ ਗੁਰਮੁਖ ਸ਼ਬਦ ਵਿੱਚ ਸਮਾਏ ਹੋਏ ਉਸ ਦੇ ਨਾਮ ਦੇ ਵਿੱਚ ਜੁੜ ਕੇ ਸਨਮੁਖ ਆਉਂਦੇ ਨੇ, ਉਹ ਫਿਰ ਬਚਨ ਉਚਾਰਨ ਕਰਦੇ ਨੇ। ਉਹਨਾਂ ਦੇ ਬਚਨਾਂ ਦੇ ਵਿੱਚ ਮਾਲਕ ਦਾ ਵਾਸਾ ਹੁੰਦਾ ਹੈ,
ਪ੍ਰਭ ਜੀ ਵਸਹਿ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਇਹ ਗੁਰਮੁਖਾਂ ਦੀ ਬਾਣੀ ਹੈ। ਇਹ ਜਾਗੇ ਹੋਏ ਮਨਾਂ ਦੀ ਬਾਣੀ ਹੈ, ਜਿਹੜੇ ਮਨ ਅਗੰਮ ਦੇ ਵਿੱਚ ਗਏ, ਇਸ ਸ਼ਬਦ ਨਾਲ ਜੁੜੇ। ਹੁਣ ਗੁਰੂ ਨਾਨਕ ਦੇਵ ਜੀ ਦੱਸਣ ਲੱਗੇ ਵੀ ਸੱਚਖੰਡ ਦੇ ਵਿੱਚੋਂ ਸਮਾਂ ਪਾ ਕੇ ਦੋ ਸ਼ਕਤੀਆਂ ਪ੍ਰਗਟ ਹੋਈਆਂ। ਇੱਕ ਨੂੰ ਸ਼ਬਦ ਕਹਿਤਾ, ਅਨਹਦ ਨਾਦ ਕਹਿ ਦਿੱਤਾ, ਦੂਸਰੇ ਨੂੰ ਪੌਣ ਕਹਿ ਦਿੱਤਾ, ਮਾਇਆ ਦਾ ਨਾਂ ਦੇ ਦਿੱਤਾ। ਸ਼ਬਦ ਸੁਖਮ ਹੈ, ਇਸ ਵਿੱਚ ਸੁਖਮ ਖੇਲ ਚੱਲੇਗਾ। ਪੌਣ ਤੋਂ ਇਲਾਕਾ ਦ੍ਰਿਸ਼ਟਮਾਨ ਦਾ ਚੱਲੇਗਾ, ਇਸ ਲੋਕ ਦਾ ਖੇਲ ਚੱਲੇਗਾ। ਇਹ ਸ਼ਬਦ ਅਤੇ ਪੌਣ ਇਹ ਦੋਵੇਂ ਹੀ ਇਸ ਸੱਚ ਦੇ ਪਾਸ ਮੌਜੂਦ ਨੇ। ਸਵਾਸ ਵੀ ਮਾਲਕ ਹੀ ਦੇ ਰਿਹਾ ਹੈ। ਸਾਨੂੰ ਇਸ ਸੰਸਾਰ ਵਿੱਚ ਕੋਈ ਸਵਾਸ ਦੇ ਕੇ ਜਿੰਦਾ ਨਹੀਂ ਰੱਖ ਸਕਦਾ। ਸ਼ਬਦ ਵੀ ਕੋਈ ਨਹੀਂ ਦੇ ਸਕਦਾ। ਸ਼ਬਦ ਵੀ ਸੱਚ ਵਿੱਚੋਂ ਹੀ ਪ੍ਰਗਟ ਹੋ ਰਿਹਾ ਹੈ। ਇਸ ਕਰਕੇ ਇਸ ਸ਼ਬਦ ਨੂੰ ਗੁਰਬਾਣੀ ਵਿੱਚ ਬਹੁਤੀ ਥਾਈਂ ਨਾਮ ਕਿਹਾ ਹੈ ਕਿ ਇਹ ਮਾਲਕ ਦਾ ਨਾਮ ਹੈ। ਇਸ ਨੂੰ ਸਤ ਕਹਿੰਦੇ ਨੇ ਤੇ ਇਕੱਠਿਆਂ ਆਪਾਂ ਕਹਿ ਦਿੰਦੇ ਹਾਂ ਸਤਨਾਮ। ਅਸੰਖ ਨਾਮ ਕਥੇ ਤੇਰੇ ਜੇਬਾ, ਸਤਨਾਮ ਤੇਰਾ ਪਰਾਪੂਰਬਲਾ। ਆਪਾਂ ਜੋ ਨਾਮ ਲਿਖਦੇ ਹਾਂ ਵਾਹਿਗੁਰੂ, ਰਾਮ, ਹਰੀ, ਅੱਲਾ, ਸਵਾਮੀ, ਗੋਡ, ਇਹ ਅਖਰੀ ਨਾਮ ਨੇ। ਇਹ ਸਾਡੀ ਜੀਭਾ ਦੁਆਰਾ ਹੀ ਕਥਨ ਕੀਤੇ ਜਾਂਦੇ ਨੇ। ਸਤਨਾਮ ਨੂੰ ਆਪਾਂ ਕਥਨ ਨਹੀਂ ਕਰ ਸਕਦੇ। ਸਤਨਾਮ ਤੱਕ ਪਹੁੰਚਣ ਵਾਸਤੇ ਸਾਨੂੰ ਸ਼ਬਦ ਗੁਰਮੰਤਰ ਲੈਣਾ ਪਏਗਾ ਇੱਧਰ। ਇਸ ਕਰਕੇ ਆਪਾਂ ਇਕੱਠਿਆਂ ਹੀ ਕਹਿ ਦਿੰਦੇ ਹਾਂ ਸਤਨਾਮ ਵਾਹਿਗੁਰੂ। ਹਾਲਾਂਕਿ ਗੁਰਮੰਤਰ ਵਾਹਿਗੁਰੂ ਹੈ, ਸਤਨਾਮ ਅਲੱਗ ਹੈ। ਨਾਮ ਅਤੇ ਸੱਚ ਜਦੋਂ ਇਕੱਠਾ ਹੋ ਗਿਆ, ਇਸ ਨੂੰ ਸਤਨਾਮ ਕਹਿੰਦੇ ਨੇ। ਵੀ ਸ਼ਬਦ ਵੀ ਚੱਲ ਰਿਹਾ ਹੈ ਸੱਚ ਵਿੱਚੋਂ, ਸਾਹਮਣੇ ਸੱਚ ਦੀ ਜੋਤ ਹੈ, ਸੱਚ ਦਾ ਪ੍ਰਕਾਸ਼ ਹੈ। ਜਦੋਂ ਗੁਰਮੁਖ ਉੱਥੇ ਸਨਮੁਖ ਹੋ ਕੇ ਚੱਲਦਾ ਹੈ, ਫਿਰ ਉਹ ਸਤਨਾਮ ਦਾ ਅਭਿਆਸ ਕਰਦਾ ਹੈ। ਪਹਿਲੋਂ ਵਾਹਿਗੁਰੂ ਦਾ ਅਭਿਆਸ ਕੀਤਾ ਜਾਂਦਾ ਹੈ, ਗੁਰਮੰਤਰ ਦਾ ਅਭਿਆਸ ਚੱਲਦਾ ਹੈ, ਫਿਰ ਸਤਨਾਮ ਦਾ ਅਭਿਆਸ ਚੱਲਦਾ ਹੈ। ਸਤਨਾਮ ਅੱਖਰਾਂ ਤੋਂ ਪਰੇ ਹੈ। ਇਸ ਕਰਕੇ ਗੁਰਬਾਣੀ ਦੇ ਵਿੱਚ ਇਹ ਸੁਖਮ ਦਾ ਆਪਾਂ ਨੂੰ ਭੇਦ ਦੇ ਰਹੇ ਨੇ। ਇਹ ਸ਼ਬਦ ਜੋ ਸੱਚ ਵਿੱਚੋਂ ਪੈਦਾ ਹੋ ਰਿਹਾ ਹੈ, ਇਹ ਅਨਹਦ ਹੈ। ਇਸ ਕਰਕੇ ਇਸ ਨੂੰ ਅਨਹਦ ਸ਼ਬਦ ਵੀ ਕਿਹਾ ਹੈ, ਕਿਉਂਕਿ ਮਾਲਕ ਅਨਹਦ ਹੈ। ਅਨਹਦ ਵਿੱਚੋਂ ਸ਼ਬਦ ਪ੍ਰਗਟ ਹੋਇਆ, ਅਨਹਦ ਸ਼ਬਦ। ਪਰਮਾਤਮਾ ਇੱਕ ਹੈ, ਇੱਕ ਵਿੱਚੋਂ ਸ਼ਬਦ ਪ੍ਰਗਟ ਹੋਇਆ, ਏਕ ਸ਼ਬਦ। ਇਸੇ ਤਰੀਕੇ ਨਾਲ ਹੋਰ ਵੀ ਬਹੁਤ ਸਾਰੇ ਨਾਂ ਇਸ ਦੇ ਰੱਖੇ ਗਏ। ਕਿੰਗਰੀ ਸ਼ਬਦ, ਸੱਚਾ ਸ਼ਬਦ, ਇਹ ਸਾਰੇ ਗੁਰਬਾਣੀ ਵਿੱਚ ਜਦੋਂ ਤੁਸੀਂ ਪੜ੍ਹੋਗੇ ਇਹ ਇਸ ਤਰੀਕੇ ਨਾਲ ਇਹਨਾਂ ਨੂੰ ਸੰਬੋਧਨ ਕੀਤਾ ਗਿਆ ਹੈ। ਹੁਣ ਸ਼ਬਦ ਪ੍ਰਗਟ ਹੋ ਗਿਆ, ਪੌਣ ਪ੍ਰਗਟ ਹੋ ਗਈ। ਸ਼ਬਦ ਦੇ ਉੱਪਰ ਹੁਣ ਪੌਣ ਦਾ ਆਕਾਰ ਆਏਗਾ। ਜਦੋਂ ਇੱਧਰਲਾ ਖੇਲ ਚੱਲੇਗਾ, ਸ਼ਬਦ ਦੇ ਉੱਪਰ, ਜੋਤ ਦੇ ਉੱਪਰ ਪੌਣ ਦਾ ਆਕਾਰ ਆਏਗਾ। ਜੋ ਇਹ ਸਾਡੀ 84 ਲੱਖ ਜੋਨ ਹੈ ਸਰੀਰ ਨੇ, ਉਸ ਵਾਸਤੇ ਮਾਲਕ ਹੁਣ ਜੁਗਤ ਵਰਤਣ ਲੱਗੇ। ਜੋ ਪੌਣ ਤੋਂ ਖੇਲ ਚੱਲਿਆ, ਇਸ ਨੂੰ ਮਾਇਆ ਦਾ ਨਾਂ ਦੇ ਰਹੇ ਨੇ। ਸ਼ਬਦ ਤੋਂ ਹੁਣ ਵੱਖਰਾ ਖੇਲ ਚੱਲੇਗਾ, ਇਸ ਨੂੰ ਆਪਾਂ ਬਾਅਦ 'ਚ ਲੈ ਕੇ ਚੱਲਦੇ ਹਾਂ। ਜਦੋਂ ਪੌਣ ਅਤੇ ਸੱਚ ਦਾ ਸੰਯੋਗ ਹੋਇਆ, ਇਹਨਾਂ ਦੇ ਸੰਯੋਗ ਦੇ ਨਾਲ 3 ਗੁਣ ਪ੍ਰਗਟ ਹੋਏ। ਇਸ ਨੂੰ ਮਹਾਰਾਜ ਸਮਝਾਉਂਦੇ ਨੇ, ਮਾਇਆ ਮਾਈ ਤ੍ਰੈ ਗੁਣ ਪਰਸੂਤ ਜਮਾਇਆ। ਮਾਇਆ ਨੇ ਵਿਧੀ ਵਰਤੀ, ਸੱਚ ਦੇ ਸੰਯੋਗ ਦੇ ਨਾਲ ਇਹ ਕਾਇਆ ਸੁਹਾਗਣ ਹੋਈ। ਸੁੰਨ ਜੋ ਹੈ, ਸੁੰਨ ਵਿੱਚੋਂ ਜੋ ਪੌਣ ਚੱਲ ਰਹੀ ਸੀ, ਇਸ ਦੇ ਨਾਲ ਸੱਚ ਦਾ ਸੰਯੋਗ ਹੋਇਆ, ਇਹ ਸੁਹਾਗਣ ਹੋਈ। ਇਸ ਵਿੱਚੋਂ 3 ਬੱਚਿਆਂ ਨੇ ਜਨਮ ਲਿਆ, ਰਜੋ,
ਤਮੋ ਅਤੇ ਸਤੋ। ਇਹਨਾਂ ਦੇ ਨਾਂ ਰੱਖੇ ਗਏ ਬ੍ਰਹਮਾ, ਵਿਸ਼ਨੂੰ, ਮਹੇਸ਼। ਇਸ ਤੱਤਾਂ ਨੂੰ, ਇਹਨਾਂ ਨੂੰ ਤੱਤ ਵੀ ਕਹਿੰਦੇ ਨੇ, ਪੌਣ, ਪਾਣੀ, ਅਗਨ। ਬ੍ਰਹਮਾ, ਵਿਸ਼ਨ, ਮਹੇਸ਼, ਰਜੋ, ਤਮੋ, ਸਤੋ। ਇਹਨਾਂ ਤੱਤਾਂ ਨੂੰ ਨਿਰੰਕਾਰ ਦੇ ਸਾਹਮਣੇ ਪੇਸ਼ ਕਰ ਦਿੱਤਾ ਗਿਆ ਮਨਜ਼ੂਰੀ ਲੈਣ ਵਾਸਤੇ। ਜਿਸ ਤਰ੍ਹਾਂ ਕੋਈ ਜੀਵ ਨੌਕਰੀ ਤੁਸੀਂ ਕਰਦੇ ਹੋਗੇ, ਇੱਕ ਪਹਿਲੋਂ ਮਾਸਟਰਪੀਸ ਤਿਆਰ ਕੀਤਾ ਜਾਂਦਾ ਹੈ, ਨਮੂਨਾ ਜਿਸ ਨੂੰ ਕਹਿੰਦੇ ਨੇ, ਵੀ ਜੇ ਉਹ ਪਾਸ ਹੋ ਜਾਵੇ ਬਾਕੀ ਫਿਰ ਉਸੇ ਤਰੀਕੇ ਨਾਲ ਤਿਆਰੀ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਇਸ ਸੱਚ ਵਿੱਚੋਂ ਜਦੋਂ ਇਹ ਤਿੰਨਾਂ ਨੇ ਜਨਮ ਲੈ ਕੇ ਤਿੰਨਾਂ ਦੀ ਮਨਜ਼ੂਰੀ ਦਿਵਾਉਣ ਵਾਸਤੇ ਮਾਇਆ ਨੇ ਸੱਚ ਦੇ ਸਾਹਮਣੇ ਇਸ ਨੂੰ ਪੇਸ਼ ਕਰ ਦਿੱਤਾ ਵੀ ਚੈੱਕ ਕਰੋ ਇਹ ਆਕਾਰ ਠੀਕ ਨੇ। ਬ੍ਰਹਮਾ, ਵਿਸ਼ਨੂੰ, ਮਹੇਸ਼ ਦੇ ਤੱਤਾਂ ਨੂੰ ਮਨਜ਼ੂਰੀ ਮਿਲ ਗਈ। ਉਸ ਨੂੰ ਮਹਾਰਾਜ ਕਹਿੰਦੇ ਨੇ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਜਿਵ ਤਿਸ ਭਾਵੇ ਤਿਵੇਂ ਚਲਾਵੇ, ਜਿਵ ਹੋਵੇ ਫਰਮਾਨ। ਉਹ ਵੇਖੇ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹ ਵਿਡਾਨ। ਸੱਚ ਦੇ ਸਹਿਯੋਗ ਨਾਲ ਜਦੋਂ ਇਹਨਾਂ ਦਾ ਜਨਮ ਹੋਇਆ, ਇਹਨਾਂ ਨੂੰ ਅਕਾਲ ਪੁਰਖ ਨੇ ਪਾਸ ਕਰ ਦਿੱਤਾ ਕਿ ਤੁਸੀਂ ਠੀਕ ਹੋ। ਮਾਇਆ ਦੀ ਡਿਊਟੀ ਲਾ ਦਿੱਤੀ ਵੀ ਇਹਨਾਂ ਤਿੰਨਾਂ ਦੁਆਰਾ ਹੁਣ ਸ੍ਰਿਸ਼ਟੀ ਦੀ ਉਤਪਤੀ ਕਰੋ। ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨੀ। ਤਿੰਨਾਂ ਗੁਣਾਂ ਦੀ ਬ੍ਰਹਮਾ, ਵਿਸ਼ਨੂੰ, ਮਹੇਸ਼ ਦੀ ਡਿਊਟੀ ਲੱਗ ਗਈ। ਬ੍ਰਹਮਾ ਜੀ ਦੀ ਡਿਊਟੀ ਲੱਗੀ ਤੱਤਾਂ ਨੂੰ ਤਿਆਰ ਕਰੋ। ਵਿਸ਼ਨ ਦੀ ਡਿਊਟੀ ਲੱਗ ਗਈ ਤੱਤਾਂ ਨੂੰ ਪਾਲਣਾ ਹੈ। ਅਗਨ ਦੀ ਡਿਊਟੀ ਲੱਗ ਗਈ, ਸ਼ਿਵ ਦੀ ਡਿਊਟੀ ਲੱਗ ਗਈ ਵੀ ਜਦੋਂ ਹੁਕਮ ਹੋਵੇ ਤੁਸੀਂ ਖਤਮ ਕਰ ਦੇਣਾ ਹੈ। ਇਸ ਤਰ੍ਹਾਂ ਇਹ ਤੱਤ ਜਿਹੜੇ ਨੇ ਤਿੰਨੇ ਹੀ ਇਹ ਪਰਮਾਤਮਾ ਦੇ ਹੁਕਮ ਵਿੱਚ ਚੱਲਣ ਲੱਗੇ। ਮਾਲਕ ਹੁਣ ਇਹਨਾਂ ਦੇ ਖੇਲ ਨੂੰ ਦੇਖ ਰਿਹਾ ਹੈ। ਪਰਮਾਤਮਾ ਇਹਨਾਂ ਦੇ ਇਲਾਕੇ ਵਿੱਚ ਜੋ ਖੇਲ ਚੱਲ ਰਿਹਾ ਹੈ ਇਸ ਨੂੰ ਦੇਖ ਰਿਹਾ ਹੈ। ਹੁਣ ਇਹ ਪਰਮਾਤਮਾ ਨੂੰ ਨਹੀਂ ਦੇਖ ਰਹੇ, ਇਹ ਮਾਇਆ ਦੇ ਬੱਚੇ ਨੇ। ਇਸ ਕਰਕੇ ਜਿਹੜਾ ਇਹਨਾਂ ਦੇ ਨਾਲ ਜੁੜੇਗਾ ਉਹ ਵੀ ਪਰਮਾਤਮਾ ਨੂੰ ਨਹੀਂ ਦੇਖ ਸਕੇਗਾ, ਕਿਉਂਕਿ ਇਹ ਆਪ ਮਾਇਆ ਦੇ ਨਾਲ ਜੁੜੇ ਹੋਏ ਨੇ, ਮਾਇਆ ਤੋਂ ਪੈਦਾ ਹੋਏ ਨੇ। ਜਦੋਂ ਮਨ ਇਹਨਾਂ ਦੇ ਨਾਲ ਜੁੜੇਗਾ ਮਨ ਨੂੰ ਵੀ ਸੱਚ ਨਹੀਂ ਦਿਸੇਗਾ। ਮਨ ਨੂੰ ਸੱਚ ਉਦੋਂ ਦਿਸੇਗਾ ਜਦੋਂ ਸ਼ਬਦ ਨਾਲ ਜੁੜੇਗਾ। ਇੱਧਰਲਾ ਇਲਾਕਾ ਜੋ ਹੈ ਇਹ ਸਾਰਾ ਹੀ ਇਹ ਪੌਣ ਤੋਂ ਪੈਦਾ ਹੁੰਦਾ ਹੈ, ਅਸਥੂਲ ਦਾ ਇਲਾਕਾ, ਮਾਇਆ ਦਾ ਇਲਾਕਾ। ਇਸ ਤਰੀਕੇ ਨਾਲ ਇਹ ਤਿੰਨਾਂ ਸ਼ਕਤੀਆਂ ਦੇ ਨਾਂ ਰੱਖ ਕੇ ਮਹਾਰਾਜ ਸੱਚੇ ਪਾਤਸ਼ਾਹ ਦੱਸਣ ਲੱਗੇ ਵੀ ਹੁਣ ਸ੍ਰਿਸ਼ਟੀ ਦੀ ਪੈਦਾਇਸ਼ ਹੋਣ ਲੱਗੀ, ਸ਼ੁਰੂਆਤ ਹੋਣ ਲੱਗੀ। ਜਦੋਂ ਇਹ ਤਿੰਨੇ ਸ਼ਕਤੀਆਂ, ਤਿੰਨੇ ਪੌਣ ਪਾਣੀ ਬੈਸੰਤਰ ਇੱਥੇ ਸੱਚਖੰਡ ਦੇ ਵਿੱਚ ਇਕੱਠੇ ਹੋਏ, ਇੱਥੇ ਸੁਣਨ ਵਿੱਚ ਧੁੰਦੋਕਾਰਾ ਹੋ ਗਿਆ। ਸਾਰੇ ਪਾਸੇ ਜਿੱਥੇ ਸੱਚ ਹੀ ਸੱਚ ਸੀ ਉੱਥੇ ਧੁੰਦ ਹੀ ਧੁੰਦ ਹੋ ਗਈ। ਉਸ ਨੂੰ ਗੁਰੂ ਨਾਨਕ ਦੇਵ ਜੀ ਨੇ ਦੱਸਿਆ, ਸਾਚੇ ਤੇ ਪਵਣਾ ਭਇਆ, ਪਵਣੇ ਤੇ ਜਲ ਹੋਏ, ਜਲ ਤੇ ਤ੍ਰੈ ਭਵਨ ਸਾਜੀਏ, ਘਟ ਘਟ ਜੋਤ ਸਮੋਏ। ਇਸ ਤਰੀਕੇ ਨਾਲ ਤ੍ਰੈ ਭਵਨ ਦੀ ਸਿਰਜਣਾ ਹੋਣ ਲੱਗੀ, ਆਕਾਸ਼ ਲੋਕ, ਪਤਾਲ ਲੋਕ, ਭੂਮ ਲੋਕ। ਹੁਣ ਇਹ ਤਿੰਨੇ ਲੋਕ ਹੋਂਦ ਵਿੱਚ ਆਉਣੇ ਨੇ। ਉਸ ਵਾਸਤੇ ਮਾਇਆ ਨੇ ਜੁਗਤੀ ਵਰਤੀ। ਇਸ ਸੁੰਨ ਦੇ ਵਿੱਚ, ਇਸ ਧੁੰਦੂਕਾਰੇ ਦੇ ਵਿੱਚੋਂ ਦੋ ਨਿਸ਼ਾਨ ਲਾ ਲਏ ਗਏ। ਜਿਸ ਤਰ੍ਹਾਂ ਕੋਈ ਕੱਪੜਾ ਹੈ, ਤੁਸੀਂ ਜਾਂਦੇ ਹੋ ਲੈਣ, ਮੁੱਲ ਲੈਂਦੇ ਹੋ ਅਤੇ ਜਿੰਨੀ ਕੁ ਜ਼ਰੂਰਤ ਹੈ ਉਹ ਕੱਟ ਕੇ ਤੁਹਾਨੂੰ ਦੇ ਦਿੰਦਾ ਹੈ, ਬਾਕੀ ਥਾਨ ਬਚ ਜਾਂਦਾ ਹੈ। ਇਸੇ ਤਰ੍ਹਾਂ ਚਾਰ ਚੁਫੇਰੇ ਇੱਥੇ ਸੁੰਨ ਦੇ ਵਿੱਚ ਸਾਰੇ ਪਾਸੇ ਧੁੰਦੂਕਾਰਾ ਹੈ। ਅਤੇ ਧਿਆਨ ਨਾਲ ਨਾਲ ਰੱਖਣਾ ਹੈ ਵੀ ਜਿੱਥੇ ਇਹ ਧੁੰਦੂਕਾਰਾ ਹੈ ਉਹ ਅਸਥਾਨ ਸੱਚਖੰਡ ਹੈ। ਅਤੇ ਆਪਾਂ ਸਾਰੇ ਹੀ ਉਹ ਸੱਚਖੰਡ ਦੀ ਵੀ ਨਾਲ ਨਾਲ ਪਛਾਣ ਕਰਨੀ ਹੈ। ਹੁਣ ਇਹ ਤਿੰਨਾਂ ਦੇ ਨਾਲ ਦੋ ਹੋਰ ਨਿਸ਼ਾਨ ਲਾ ਲਏ ਗਏ। ਇਸ ਸੁੰਨ ਦੇ ਵਿੱਚ ਹੇਠਲੇ ਨੂੰ ਕਹਿ ਦਿੱਤਾ ਗਿਆ ਪਤਾਲ। ਉੱਪਰਲਾ ਸੁੰਨ ਵਿੱਚ ਜੋ ਨਿਸ਼ਾਨ ਲੱਗਿਆ ਉਸ ਨੂੰ ਕਹਿ ਦਿੱਤਾ ਗਿਆ ਆਕਾਸ਼। ਉੱਪਰ ਆਕਾਸ਼ ਹੈ, ਹੇਠਲੇ ਪਾਸੇ ਪਤਾਲ ਹੈ, ਸੈਂਟਰ ਵਿੱਚ ਤਿੰਨ ਤੱਤ ਮੌਜੂਦ ਨੇ, ਪੌਣ, ਪਾਣੀ,
ਤੇ ਅਗਨ। ਇਹਨਾਂ ਤਿੰਨਾਂ ਨੂੰ, ਇਹਨਾਂ ਦੋਹਾਂ ਦੇ ਨਾਲ ਜਦੋਂ ਮਿਲਾਉਂਦੇ ਨੇ, ਇੱਕ ਦਿਖਾਈ ਦੇਣ ਵਾਲੀ, ਇੱਕ ਆਕਾਰ, ਇੱਕ ਦ੍ਰਿਸ਼ਟਮਾਨ ਹੋਂਦ ਵਿੱਚ ਆਇਆ। ਉਹ ਹੁਣ ਕੀ ਹੈ, ਉਸ ਨੂੰ ਆਪਾਂ ਦੇਖਣਾ ਹੈ। ਇਸ ਨੂੰ ਆਪਾਂ ਕਹਿੰਦੇ ਹਾਂ ਧਰਤੀ। ਜਿਸ ਧਰਤੀ 'ਤੇ ਆਪਾਂ ਬੈਠੇ ਹਾਂ, ਇਹ ਸੱਚਖੰਡ ਵਿੱਚੋਂ, ਸੁੰਨ ਵਿੱਚੋਂ, ਤੱਤਾਂ ਦੁਆਰਾ ਤਿਆਰ ਹੋ ਕੇ ਹੁਣ ਸਾਡੇ ਸਾਹਮਣੇ ਪ੍ਰਗਟ ਹੋ ਗਈ। ਅਤੇ ਹੁਣ ਇਹ ਧਰਤੀ ਕਿੱਥੇ ਹੈ? ਸੱਚਖੰਡ ਦੇ ਵਿੱਚ। ਨਾਲ ਨਾਲ ਸੁਰਤ ਨੂੰ ਸਫ਼ਰ ਵੀ ਦੇਖਣਾ ਹੈ, ਕਰਾਉਣਾ ਹੈ ਵੀ ਹੁਣ ਆਪਾਂ ਧਰਤੀ 'ਤੇ ਬੈਠੇ ਹਾਂ, ਆਪਾਂ ਸੱਚਖੰਡ ਦੇ ਵਿੱਚ ਬੈਠੇ ਹਾਂ। ਇਹ ਧਰਤੀ ਸੁਣਨ ਵਿੱਚ ਸੱਚ ਦੇ ਆਸਰੇ, ਸ਼ਬਦ ਦੇ ਆਸਰੇ ਟਿਕਾ ਕੇ ਨਿਰੰਕਾਰ ਨੇ ਇਸ ਨੂੰ ਪ੍ਰਗਟ ਕਰ ਦਿੱਤਾ। ਅਤੇ ਮਹਾਰਾਜ ਇਸ ਦਾ ਤਰੀਕਾ ਦੱਸ ਰਹੇ ਨੇ ਜਪਜੀ ਸਾਹਿਬ ਦੇ ਵਿੱਚ। ਪੌਣ ਪਾਣੀ ਅਗਨੀ ਪਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਵੀ ਇਹਨਾਂ ਤੱਤਾਂ ਨੂੰ ਇਕੱਠਿਆਂ ਕਰਨ ਤੋਂ ਬਾਅਦ ਇਹ ਮੁਸਾਫਰ ਖਾਨਾ, ਇਹ ਧਰਮਸ਼ਾਲਾ, ਇਹ ਹੋਂਦ ਵਿੱਚ ਆਈ ਹੈ। ਇੱਥੇ ਮੁਸਾਫਰ ਆਉਣਗੇ, ਇੱਧਰੋਂ ਰਾਤ ਕੱਟਣਗੇ। ਜਦੋਂ ਰਾਤ ਕੱਟ ਲਈ, ਸਮਾਂ ਖਤਮ ਹੋ ਗਿਆ, ਉਹ ਵਾਪਸ ਚਲੇ ਜਾਣਗੇ। ਆਉਣਾ ਜਾਣਾ ਬਣਿਆ ਰਹੇਗਾ। ਧਰਤੀ ਦੇ ਉੱਪਰ ਜਿੰਨੀ ਦੇਰ ਧਰਤੀ ਨੂੰ ਹੁਕਮ ਹੈ, ਧਰਤੀ ਸਥਿਰ ਰਹੇਗੀ। ਜਦੋਂ ਹੁਕਮ ਹੋ ਗਿਆ, ਇਹ ਵੀ ਸੱਚ ਵਿੱਚ ਦੁਬਾਰਾ ਸਮਾ ਜਾਏਗੀ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਇਹ ਜਿੰਨੇ ਵੀ ਧਰਤੀ ਨੇ ਜਾਂ ਹੋਰ ਵੀ ਇਸ ਦੇ ਨਾਲ ਸੰਪਰਕ ਹੁਣ ਕਰਨਗੇ, ਉਹ ਸਾਰੇ ਹੀ ਸੱਚ ਵਿੱਚੋਂ ਹੀ ਚੱਲਣਗੇ। ਜਿਸ ਤਰ੍ਹਾਂ ਧਰਤੀ ਤਿਆਰ ਹੋਈ, ਜਿਸ 'ਤੇ ਆਪਾਂ ਬੈਠੇ ਹਾਂ, ਇਸੇ ਤਰ੍ਹਾਂ ਹੋਰ ਗ੍ਰਹਿ ਤਿਆਰ ਹੋ ਗਏ। ਚੰਦ, ਸੂਰਜ, ਮੰਗਲ, ਬੁੱਧ, ਇਹ ਸਾਰੇ ਹੀ ਜਿਨ੍ਹਾਂ ਨੂੰ ਆਪਾਂ ਦਿਨਾਂ ਦੇ ਰੂਪ ਵਿੱਚ ਯਾਦ ਰੱਖਿਆ। ਐਤਵਾਰ, ਸੋਮਵਾਰ, ਮੰਗਲ, ਬੁੱਧ, ਵੀਰ, ਇਸ ਤਰੀਕੇ ਨਾਲ ਜਿੰਨੀ ਕੁ ਖੋਜ ਕੋਈ ਕਰ ਸਕਿਆ, ਉਸ ਨੇ ਖੋਜ ਕੀਤੀ ਵੀ ਧਰਤੀ ਦਾ ਸੰਬੰਧ 7 ਗ੍ਰਹਿਆਂ ਦੇ ਨਾਲ ਹੈ। ਉੱਥੋਂ 7 ਦਿਨ ਬਣ ਗਏ। ਕਿਸੇ ਨੇ ਖੋਜ ਕੀਤੀ ਵੀ 7 ਤੋਂ ਅਗਾਂਹ ਵੀ ਚੱਲਦਾ ਹੈ, 12 ਨੇ। ਉਹ ਮਹੀਨਿਆਂ ਦੇ ਰੂਪ ਵਿੱਚ ਯਾਦ ਕਰ ਲਿਆ। ਜਨਵਰੀ, ਫਰਵਰੀ, ਮਾਰਚ, ਇਸ ਤਰੀਕੇ ਨਾਲ 12 ਉਹ ਹੋ ਗਏ। 13ਵਾਂ ਧਰਤੀ ਹੋ ਗਈ, 14ਵਾਂ ਸਾਡਾ ਸਰੀਰ ਹੋ ਗਿਆ। ਇਸ ਤਰ੍ਹਾਂ ਇਹ 14 ਹੱਟ ਵੀ ਕਹਿ ਦਿੱਤਾ ਹੈ। 2 ਦੀਵੇ, 14 ਹੱਟ ਨਾਲੇ, ਇਹਨਾਂ ਨੂੰ ਹੱਟ ਵੀ ਨਾ ਕਹਿਤਾ ਹੈ ਅੱਗੇ। ਇਸੇ ਤਰੀਕੇ ਨਾਲ ਇਹਨਾਂ ਨੂੰ ਪਹਿਰਾਂ ਦਾ ਨਾਮ ਵੀ ਦਿੱਤਾ ਹੈ। 8 ਪਹਿਰੀ, 8 ਖੰਡ, 9ਵਾਂ ਖੰਡ ਸਰੀਰ। ਹੁਣ ਜਿੰਨਾ ਵੀ ਇਹ ਬ੍ਰਹਿਮੰਡ ਤਿਆਰ ਹੋ ਰਿਹਾ ਹੈ, ਖੰਡ ਬ੍ਰਹਿਮੰਡ ਤਿਆਰ ਹੋ ਰਹੇ ਨੇ, ਇਹ ਕੌਣ ਕਰ ਰਿਹਾ ਹੈ? ਇਹ ਇਸ ਹੁਕਮ ਦੁਆਰਾ, ਇਹਦੇ ਦੁਆਰਾ ਹੀ ਚੱਲ ਰਹੇ ਨੇ। ਇਸੇ ਨੇ ਤੱਤਾਂ ਨੂੰ ਹੁਕਮ ਕੀਤਾ ਹੋਇਆ ਹੈ। ਕਰੋੜਾਂ ਹੀ ਬ੍ਰਹਮਾ, ਕਰੋੜਾਂ ਹੀ ਵਿਸ਼ਨ, ਕਰੋੜਾਂ ਹੀ ਸ਼ਿਵ ਇਸੇ ਦੀ ਦੇਹੀ ਦੇ ਵਿੱਚ ਨੇ, ਪਰਮਾਤਮਾ ਦੀ। ਇਸੇ ਕਰਕੇ ਮਹਾਰਾਜ ਕਹਿੰਦੇ ਨੇ, ਕੋਟ ਇੰਦਰ ਬ੍ਰਹਮਾ ਕੇਤੇ ਰਬ ਸਸ ਕਰੋੜ ਜੜੇਸ। ਵੀ ਤੇਰੀ ਦੇਹ ਦੇ ਵਿੱਚ ਕਿੰਨੇ ਹੀ ਬ੍ਰਹਮੇ ਸਮਾ ਸਕਦੇ ਨੇ, ਕਿੰਨੇ ਹੀ ਵਿਸ਼ਨਪੁਰੀਆਂ ਸਮਾ ਸਕਦੀਆਂ ਨੇ, ਕਿੰਨੇ ਹੀ ਇੰਦਰਪੁਰੀਆਂ, ਕਿੰਨੇ ਹੀ ਦੇਵਲੋਕ। ਇਸ ਸੱਚਖੰਡ ਦੇ ਵਿੱਚ ਹੀ ਸਾਰਾ ਪਸਾਰਾ ਚੱਲਦਾ ਪਿਆ ਹੈ। ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਵੀ ਤੁਸੀਂ ਇਹਨਾਂ ਤੋਂ ਉੱਪਰ ਉੱਠੋ ਅਤੇ ਸੱਚਖੰਡ ਵਿੱਚ ਆਉਣਾ ਜਾਣਾ ਬਣਾਓ, ਸੱਚਖੰਡ ਵਿੱਚ ਸਮਾਓ, ਸੱਚ ਵਿੱਚ ਸਮਾਓ। ਉਸ ਵਾਸਤੇ ਹੁਣ ਮਹਾਰਾਜ ਇਹ ਖੇਲ ਸਮਝਾਉਂਦੇ ਨੇ ਵੀ ਜਦੋਂ ਇਹ ਧਰਤੀ ਤਿਆਰ ਹੋਈ, ਧਰਤੀ ਦਾ ਸੰਬੰਧ ਦੂਸਰੇ ਗ੍ਰਹਿਆਂ ਦੇ ਨਾਲ ਕਰ ਦਿੱਤਾ ਗਿਆ। ਜਿਸ ਤਰ੍ਹਾਂ ਇੱਕ ਤੁਸੀਂ ਆਪਦੇ ਗੁਆਂਢ ਵਿੱਚੋਂ ਕੋਈ ਚੀਜ਼ ਲੋੜ ਪਏ ਫੜ ਲੈਂਦੇ ਹੋ, ਜੇ ਆਪਦੇ ਘਰ ਵਿੱਚ ਕਮੀ ਆ ਜਾਏ। ਇਸੇ ਤਰ੍ਹਾਂ ਜਿੰਨਾ ਕੁ ਤਾਂ ਇੱਥੇ ਲੋੜ ਸੀ, ਮਾਲਕ ਨੇ ਇੱਥੇ ਰੱਖ ਦਿੱਤਾ। ਜੋ ਇਹ ਧਰਤੀ ਨੂੰ ਤਿਆਰ ਕਰਕੇ ਜੋ ਵੀ ਪਾਉਣ ਦੀ, ਪਾਣੀ ਦੀ, ਅਗਨ ਦੀ ਜ਼ਰੂਰਤ ਸੀ, ਮਹਾਰਾਜ ਨੇ ਇੱਥੇ ਪੂਰਾ ਕਰਕੇ ਰੱਖ ਦਿੱਤੀ। ਰਿਜ਼ਕ ਪਹਿਲੋਂ ਹੀ ਆ ਗਿਆ ਹੈ। ਜੀ ਜੰਤ ਸਭ ਪਾਛੇ ਕਰਿਆ, ਪ੍ਰਥਮੇ ਰਿਜ਼ਕ ਸੰਭਾਹਾ ਹੈ।
ਜਦੋਂ ਸ੍ਰਿਸ਼ਟੀ ਨੂੰ ਪੈਦਾ ਕਰਦੇ ਨੇ, ਸਾਡੀ ਲੋੜ ਮੁਤਾਬਕ ਪਹਿਲੋਂ ਹੀ ਇੱਥੇ ਭੰਡਾਰਾ ਭਰਿਆ ਹੋਇਆ ਹੈ। ਇਸ ਦੀ ਕਦੀ ਕਮੀ ਨਹੀਂ ਆਏਗੀ ਇੱਥੇ। ਜਿਸ ਤਰ੍ਹਾਂ ਆਮ ਆਪਾਂ ਕਹਿ ਦਿੰਦੇ ਹਾਂ ਵੀ ਕਮੀ ਆ ਰਹੀ ਹੈ ਪਾਣੀ ਦੀ, ਜਾਂ ਇਸ ਤਰ੍ਹਾਂ ਪਾਉਣ ਦੀ, ਕਮੀ ਜਦੋਂ ਵੀ ਆਏਗੀ ਉਹ ਵਿਧੀ ਬਣਾ ਕੇ ਪੂਰੀ ਕਰ ਦਿੰਦੇ ਨੇ, ਕਿਉਂਕਿ ਤੱਤ ਉਹਨਾਂ ਦੇ ਹੁਕਮ ਵਿੱਚ ਨੇ। ਮਨ ਹੁਕਮ ਤੋਂ ਬਾਹਰ ਹੈ ਤਾਂ ਤੱਤਾਂ ਦਾ ਸੰਤੁਲਨ ਵਿਗੜਦਾ ਹੈ। ਪਰ ਮਾਲਕ ਇਸ ਖੇਲ ਨੂੰ ਦੇਖਦਾ ਹੈ, ਜਦੋਂ ਹੀ ਕਿਤੇ ਕੋਈ ਕਮੀ ਆਉਂਦੀ ਹੈ ਉਹ ਹੁਕਮ ਵਿੱਚ ਤੱਤ ਹੁਕਮ ਕਰਦੇ ਨੇ, ਇਹ ਖੇਲ ਦਿਖਾਉਂਦੇ ਨੇ। ਫਿਰ ਇਸੇ ਨੂੰ ਮਹਾਰਾਜ ਕਹਿੰਦੇ ਨੇ ਗੁਰਮੁਖ ਧਰਤੀ, ਗੁਰਮੁਖ ਪਾਣੀ, ਗੁਰਮੁਖ ਪਾਉਣ ਬੈਸੰਤਰ, ਖੇਲੇ ਵਡਾਣੀ। ਇਹ ਹੁਕਮ ਵਿੱਚ ਖੇਲਦੇ ਨੇ। ਭੈ ਵਿੱਚ ਪਾਉਣ ਵਾਹੇ ਸਦਵਾਓ, ਭੈ ਵਿੱਚ ਚੱਲੇ ਲਖ ਦਰਿਆਓ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਅਗਨ ਕੱਢੇ ਵਿਗਾਰ, ਸਗਲਿਆਂ ਭਾਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਸਾਰੇ ਹੀ ਉਸ ਦੇ ਭੈ ਵਿੱਚ ਨੇ। ਸਿਰਫ ਤੇ ਸਿਰਫ ਉਹ ਆਪ ਨਿਰੰਕਾਰ ਪਰਮਾਤਮਾ, ਉਹ ਨਿਰਭਉ ਹੈ, ਉਹ ਅਜੂਨੀ ਸਹਿਭੰਗ ਹੈ। ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਦੱਸਿਆ, ਪਹਿਲਾਂ ਤਾਂ ਧਰਤੀ 'ਤੇ ਹੀ ਪ੍ਰਬੰਧ ਕੀਤਾ ਹੋਇਆ ਹੈ, ਪਾਣੀ ਨੂੰ ਸਮੁੰਦਰਾਂ ਦੇ ਵਿੱਚ ਸਟੋਰ ਕਰ ਦਿੱਤਾ। ਲੋੜ ਮੁਤਾਬਕ ਬਾਰਿਸ਼ ਪਏਗੀ, ਜਿੱਥੇ ਕਮੀ ਹੈ ਪਾਣੀ ਦੀ ਕਮੀ ਪੂਰੀ ਹੋ ਜਾਏਗੀ। ਅਗਨ ਨੂੰ ਧਰਤੀ ਦੇ ਵਿੱਚ ਸਟੋਰ ਕਰ ਦਿੱਤਾ। ਜਿੰਨੀ ਜਵਾਲਾ ਜਦੋਂ ਫਟੇਗਾ, ਜਵਾਲਾਮੁਖੀ ਅਗਨ ਪੂਰੀ ਕਰ ਦੇਗਾ। ਇਸੇ ਤਰ੍ਹਾਂ ਪਾਉਣ ਨੂੰ ਸੁੰਨ ਵਿੱਚ ਰੱਖ ਦਿੱਤਾ, ਆਪਣੇ ਚਾਰ ਚੁਫੇਰੇ। ਜਿਸ ਨੂੰ ਜਿੰਨੀ ਜਿੰਨੀ ਜ਼ਰੂਰਤ ਹੈ ਉਹ ਪਹਿਲੋਂ ਹੀ ਗਿਣਤੀ ਦੀ ਦੇ ਕੇ ਇਸ ਸੁੰਨ ਵਿੱਚੋਂ ਸਵਾਸ ਉਹ ਦੇ ਰਹੇ ਨੇ। ਆਪੇ ਕਰਤਾ ਕਰ ਕਰ ਵੇਖੇ ਦੇਂਦਾ ਸਾਸ ਗਿਰ ਰਹਾ ਹੈ। ਹੁਣ ਪਾਉਣ ਪਾਣੀ ਬਸੰਤਰ ਨੂੰ ਇੱਥੇ ਤਾਂ ਕਰ ਹੀ ਦਿੱਤਾ ਹੈ, ਪਰ ਫਿਰ ਵੀ ਜੇ ਸਾਨੂੰ ਹੁਣ ਅਗਨ ਦੀ ਲੋੜ ਹੈ, ਇਸ ਧਰਤੀ 'ਤੇ ਰਹਿਣ ਵਾਲਿਆਂ ਨੂੰ ਅਗਨ ਦੀ ਜ਼ਰੂਰਤ ਹੈ, ਉਸ ਵਾਸਤੇ ਉਹਨਾਂ ਨੇ ਸੂਰਜ ਦਾ ਪ੍ਰਬੰਧ ਕਰ ਦਿੱਤਾ। ਜੇ ਸਾਨੂੰ ਪਾਣੀ ਦੀ ਲੋੜ ਹੈ, ਚੰਦਰਮਾ ਦਾ ਪ੍ਰਬੰਧ ਕਰ ਦਿੱਤਾ। ਇਸ ਅਵਸਥਾ ਵਿੱਚ ਇਹ ਸਾਰਾ ਸਿਸਟਮ ਉਸ ਦੇ ਹੁਕਮ ਵਿੱਚ ਚੱਲਦਾ ਹੈ। ਅਤੇ ਗੁਰੂ ਨਾਨਕ ਦੇਵ ਜੀ ਇਸ ਖੇਲ ਨੂੰ ਸਮਝਾਉਂਦੇ ਨੇ, ਜਦੋਂ ਵੀ ਇੱਧਰੋਂ ਸੂਰਜ ਤੋਂ ਇੱਧਰ ਰੌਸ਼ਨੀ ਆਏਗੀ ਧਰਤੀ 'ਤੇ, ਅਤੇ ਰਸਤੇ ਵਿੱਚ ਉਹਨਾਂ ਨੇ ਇੱਕ ਫਿਲਟਰ ਲਗਾਇਆ ਹੋਇਆ ਹੈ, ਉਸ ਨੂੰ ਆਪਾਂ ਕਹਿੰਦੇ ਹਾਂ ਤਵਲ। ਓਨੀ ਕੀ ਰੌਸ਼ਨੀ ਜਾਏਗੀ ਜਿੰਨੀ ਕੁ ਜ਼ਰੂਰਤ ਹੈ। ਜ਼ਰੂਰਤ ਤੋਂ ਵੱਧ ਜਾਏਗੀ ਅਤੇ ਖਾਣੀਆਂ ਚਾਰੇ ਉਹ ਸੜਨੀਆਂ ਸ਼ੁਰੂ ਹੋ ਜਾਣਗੀਆਂ, ਤਪਸ਼ ਵੱਜੇਗੀ। ਇਸ ਕਰਕੇ ਮਹਾਰਾਜ ਸਮਝਾਉਂਦੇ ਨੇ ਵੀ ਇੱਕ ਗ੍ਰਹਿ ਤੋਂ ਜਦੋਂ ਦੂਸਰੇ ਵੱਲ ਜਾਣਾ ਹੈ, ਸਫ਼ਰ ਕਰਨਾ ਹੈ, ਰਸਤੇ ਵਿੱਚੋਂ ਤੁਹਾਨੂੰ ਧਵਲ ਵਿੱਚੋਂ ਹੋ ਕੇ ਜਾਣਾ ਪਏਗਾ। ਅਤੇ ਮਹਾਰਾਜ ਸਮਝਾਉਂਦੇ ਨੇ, ਸੁਣੀਏ ਧਰਤ ਧਵਲ ਆਕਾਸ਼, ਸੁਣੀਏ ਦੀਪ ਲੋ ਪਤਾਲ। ਇਸ ਤਰੀਕੇ ਨਾਲ ਇਹ ਹੇਠਲੇ ਪਾਸੇ ਵੀ ਧਵਲ ਹੈ ਧਰਤੀ ਦੇ ਉੱਪਰਲੇ ਪਾਸੇ ਵੀ ਧਵਲ ਹੈ। ਇੱਕ ਗ੍ਰਹਿ ਤੋਂ ਦੂਸਰੇ ਗ੍ਰਹਿ ਵਿੱਚ ਪ੍ਰਵੇਸ਼ ਹੋਣਾ ਚਾਹੁੰਦੇ ਹੋ ਅਤੇ ਸੈਂਟਰ ਵਿੱਚੋਂ ਸੁੰਨ ਵਿੱਚੋਂ ਧਵਲ ਵਿੱਚੋਂ ਜਾਣਾ ਪਏਗਾ। ਇਸ ਤਰ੍ਹਾਂ ਇਹ ਜਿੰਨੇ ਵੀ ਬਾਹਰ ਇਹ ਖੰਡ ਬ੍ਰਹਿਮੰਡ ਨੇ, ਇਹ ਮਾਲਕ ਨੇ ਆਪਸ ਵਿੱਚ ਸ਼ਬਦ ਵਿੱਚ ਪਰੋਏ ਹੋਏ ਨੇ। ਇਹ ਸ਼ਬਦ ਜਿਸ ਨੂੰ ਮਹਾਰਾਜ ਕਹਿੰਦੇ ਨੇ ਨਾਮ, ਇਸ ਨਾਮ ਦੇ ਵਿੱਚ, ਸ਼ਬਦ ਦੇ ਵਿੱਚ ਇਹ ਪਰੋਏ ਹੋਏ ਨੇ। ਹੁਕਮ ਵੀ ਇਸ ਨੂੰ ਕਹਿਤਾ ਹੈ। ਅਤੇ ਜਿੰਨਾ ਚਿਰ ਹੁਕਮ ਹੈ, ਇਹ ਗ੍ਰਹਿ ਆਪਸ ਦੇ ਵਿੱਚ ਕਿਸੇ ਨਾਲ ਨਹੀਂ ਟਕਰਾਉਂਦੇ, ਕਿਉਂਕਿ ਤੱਤ ਨੇ। ਇਹੀ ਸਾਡੇ ਸਰੀਰ ਨਾਲ ਚੱਲੇਗੀ ਕਹਾਣੀ। ਇਹੀ ਤੱਤ ਸਾਡੇ ਅੰਦਰ ਵੀ ਸ਼ਬਦ ਵਿੱਚ ਪਰੋਏ ਹੋਏ ਨੇ। ਇਹੀ ਤੱਤ ਸਾਡੇ ਇਸ ਬ੍ਰਹਿਮੰਡ ਦੇ ਵਿੱਚ ਬਾਹਰ ਵੀ ਸ਼ਬਦ ਵਿੱਚ ਪਰੋਏ ਹੋਏ ਨੇ। ਬਾਹਰ ਇਹ ਜਦੋਂ ਚੱਲਦੇ ਨੇ, ਇਹਨਾਂ ਨੂੰ ਆਪਾਂ ਖੰਡ ਕਹਿ ਦਿੰਦੇ ਹਾਂ, ਅਤੇ ਸਾਰਿਆਂ ਨੂੰ ਮਿਲਾ ਕੇ ਬ੍ਰਹਿਮੰਡ ਕਹਿ ਦਿੰਦੇ ਹਾਂ। ਖੰਡਾਂ ਦਾ ਸੁਮੇਲ ਬ੍ਰਹਿਮੰਡ। ਇੱਕ ਬ੍ਰਹਿਮੰਡ ਦੇ ਵਿੱਚ ਕਰੋੜਾਂ ਹੀ ਖੰਡ ਨੇ, ਅਤੇ ਪਰਮਾਤਮਾ ਦੇ ਵਿੱਚ ਕਰੋੜਾਂ ਹੀ ਬ੍ਰਹਿਮੰਡ ਨੇ। ਇਸ ਤਰੀਕੇ ਨਾਲ ਇਹ ਸਾਰਾ ਖੇਲ, ਸਾਰੀ ਸ੍ਰਿਸ਼ਟੀ ਉਸ ਇੱਕ ਦੇ ਹੁਕਮ ਵਿੱਚ ਚੱਲਦੀ ਹੈ, ਅਤੇ ਸਾਰਿਆਂ ਦਾ ਸੁਆਮੀ ਉਹ ਮਾਲਕ ਆਪ ਹੈ। ਹੁਣ ਉਹ ਸਾਨੂੰ ਦੱਸ ਰਹੇ ਨੇ ਮਹਾਰਾਜ ਵੀ ਜਦੋਂ ਤੁਸੀਂ ਇਸ ਖੇਲ ਵਿੱਚ ਆਏ, ਇਹ ਖੰਡ ਬ੍ਰਹਿਮੰਡ ਹੋਂਦ ਵਿੱਚ ਆਏ, ਇਹਨਾਂ ਦੇ ਉੱਪਰ ਹੁਣ ਜਿਨ੍ਹਾਂ ਨੇ ਖੇਲਣਾ ਹੈ ਉਹਨਾਂ ਨੂੰ ਤਿਆਰ ਕਰਨਾ ਹੈ।
उस वास्ते हुण वो की करते ने, नाल ही उन्होंने ये दसिया भी जिन्ने भी ये ग्रह ने ये सारे शब्द दे आसरे खड़े ने, जिस करके आपस में कभी भी नहीं टकराउंदे, हुक्म विच ने। हुक्म है अंदर सबको, बाहर हुक्म ना कोई। नानक हुक्मे जे बुझे तां हउमे कहना कोई। नाम के तारे सगले जंत, नाम के तारे खंड ब्रह्मंड। हुण जिन्ने भी ये सारिਆਂ ਨੂੰ सानू भी हुण अगे ये नाम द्वारा ही तैयार करनगे। इस तरह जुगती वरत रहे ने। जिस तरह धरती नूं तैयार किया, आकाश नूं तैयार किया, पताल नूं तैयार किया, इस तरह हुण इस धरती ते जिहड़े वसन वाले ने उन्हां नूं तैयार कर रहे ने, जिन्हां ने इत्थे आके खेलना है। उसनूं 84 लाख जून कहता है। उस वास्ते उन्होंने तरीका उही वरत्या, पाउण दा तत्त लिया, पानी दा तत्त लिया, अगन दा तत्त लिया, आकाश दा तत्त लिया, पर हुण पंजवां तत्त वो मिट्टी दा लिया। मिट्टी दा तत्त दूसरिਆਂ नालों इस सृष्टि दे विच जदों सानू पैदा करदे ने ते मिट्टी दा तत्त लैके साडी सिरजना करदे ने, जिस नाल साडा ये शरीर, साडा ये आकार इत्थे प्रगट हुंदा है। मिट्टी दा अंश भी इस आकार दे विच है, जिस करके आपां धरती नूं माता कहंदे हां। पौन गुरु पानी पिता माता धरत महत, दिवस रात दोए दाई दाया खिल सगल जगत। इस तरह हुण सानू तैयार किया, इस धरती ते वसा दिता गया, ते हुण आपां धरती ते आ गए हाँ। तैयार करन लग्या 4 खाणियां दा इस्तेमाल किया। कुछ जीव आंडियां तो पैदा किए, कुछ जेर तो पैदा किए, कुछ सेतज तो पैदा किए, कुछ उत्पुज तो पैदा किए। ये सारियां 4 खाणियां उन्हां तो ही पैदा होईयां ने। इन्हां दियां फिर अगे अगे भाषा प्रगट हुई। उसनूं कहा गया 4 बाणियां। सुनो उपजे खाणी, सुनो बाणी। सुन तो ही पैदा हो रहा है, अदृष्ट तो ही ये दृष्टमान पैदा हो रहा है। पहला कुछ भी नहीं सी, आकार प्रगट हो गया। इस आकार नूं दृष्टमान कहंदे ने, परमात्मा नूं अदृष्ट कहंदे ने, उसनूं ब्रह्म कहंदे ने, इसनूं माया कहंदे ने। उस परमात्मा दे स्वरूप नूं सरगुण कहा है, निर्गुण कहा है, इसनूं सरगुण कहा है। इस तरह उसनूं निराकार कहंदे ने, क्योंकि उसका आकार नहीं है, जोत है, इसनूं आकार कहंदे ने। इस तरह 4 खाणियां द्वारा आकार तैयार होए, जिसनूं गुरु गोबिंद सिंह जी महाराज दस रहे ने की अवस्था हो गई। अंडज जेरज सेतज कीनी, उत्पुज खान बहुर रच दीनी। कहूँ फूल राजा है बैठा, कहूँ सिमट पयो शंकर इकट्ठा। सगली सृष्टि दिखाए अचंभव, आद जुगाद स्वरूप स्वयंभव। उसनूं कहंदे ने अब रक्षा मेरी तुम करो। वो परमात्मा नूं गल करदे ने। इस तरीके नाल हुण सच विचों ये जदों सारा खेल चलिया ते महाराज सच्चे पातशाह दसन लगे इस सृष्टि होंद विच आई। ते जदों इत्थे हुण अगे खेल चलाउणा है, जिन्हां ने खेलना है, 4 विधियां द्वारा उन्हां नूं तैयार कर दिता गया ते आकार तैयार होण लगे। जिस तरह एक लहर तुसीं देखो पानी विचों उठदी है, अगों जदों डिगदी है तो बुलबुले जे निकलते हैं, बनते जाते हैं। वो थोड़ा जिहा गांह वधदी है, वो फुट जाते हैं, फिर अगली लहर उठती है, फिर नवे तैयार हो जाते हैं। इस तरह जिवें खूह दे विच जिवें माला तुसीं देखो वो टिंडां भरदे ने,
ਇੱਕ ਭਰਦੀ ਹੈ, ਦੂਸਰੀ ਖਾਲੀ ਹੁੰਦੀ ਜਾਂਦੀ ਹੈ। ਇਸੇ ਤਰ੍ਹਾਂ ਸ੍ਰਿਸ਼ਟੀ ਦੀ ਵੀ ਬਣਤਰ ਹੈ। ਇੱਕ ਆਕਾਰ ਤਿਆਰ ਹੁੰਦਾ ਹੈ, ਨਾਮ ਦੇ ਉੱਪਰ ਇਹ ਆਕਾਰ ਤਿਆਰ ਕਰਦੇ ਨੇ। ਕੁਝ ਕੁ ਸਮਾਂ ਇਹ ਸਮਾਂ ਦੇ ਕੇ ਇਸ ਨੂੰ ਭੇਜਦੇ ਨੇ। ਜਦੋਂ ਹੀ ਉਹ ਸਮਾਂ ਲੰਘਦਾ ਹੈ, ਉਹ ਆਕਾਰ ਖਤਮ ਹੋ ਜਾਂਦਾ ਹੈ, ਜਿਸ ਨੂੰ ਮਹਾਰਾਜ ਕਹਿੰਦੇ ਨੇ ਹਰ ਹਰ ਜਨ ਦੋਇ ਏਕ ਹੈ, ਬਿਬ ਵਿਚਾਰ ਕਿਛ ਨਾਹੀ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ। ਜਿਸ ਤਰ੍ਹਾਂ ਸਮੁੰਦਰ ਵਿੱਚੋਂ ਲਹਿਰ ਉੱਠੀ, ਫਿਰ ਸਮੁੰਦਰ ਦੇ ਵਿੱਚ ਹੀ ਸਮਾ ਗਈ, ਇਸੇ ਤਰ੍ਹਾਂ ਜਿਹੜੇ ਗੁਰਮੁਖ ਨੇ ਉਹ ਫਿਰ ਸੱਚ ਵਿੱਚੋਂ ਪੈਦਾ ਹੋ ਕੇ ਸੱਚ ਵਿੱਚ ਹੀ ਸਮਾ ਜਾਂਦੇ ਨੇ। ਇਹ ਉਸ ਦਾ ਖੇਲ ਹੈ। ਅੱਗੇ ਖੇਲ ਹੋਰ ਚੱਲੇਗਾ, ਉਹਨੂੰ ਆਪਾਂ ਫਿਰ ਦੇਖਾਂਗੇ ਸ਼ਾਮ ਨੂੰ, ਉਸ ਨੂੰ ਅੱਗੇ ਲੈ ਕੇ ਗੁਰਮੁਖ ਚੱਲਣਗੇ। ਇੱਥੋਂ ਤੱਕ ਹੁਣ ਜੇ ਆਪਾਂ ਨੂੰ ਨਹੀਂ ਪਤਾ ਲੱਗਿਆ ਵੀ ਪਰਮਾਤਮਾ ਦਾ ਕੀ ਸਰੂਪ ਹੈ, ਜਾਂ ਸੱਚਖੰਡ ਕਿਸ ਨੂੰ ਕਹਿੰਦੇ ਨੇ, ਜਾਂ ਸ਼ਬਦ ਕੀ ਹੁੰਦਾ ਹੈ, ਉਹ ਤੁਸੀਂ ਕੋਈ ਵੀ ਗੁਰਮੁਖ ਪੁੱਛ ਸਕਦੇ ਹੋ। ਨਵੇਂ ਗੁਰਮੁਖ ਜਿਹੜੇ ਆਏ ਨੇ, ਸੰਗਤ ਇੱਥੇ ਰੁਕੀ ਹੈ, ਉਹਨਾਂ ਨੂੰ ਪੁੱਛ ਸਕਦੇ ਹੋ, ਕਿਉਂਕਿ ਇੱਥੇ ਵੀ ਭਰਮ ਹੈ ਕਿ ਸੱਚਖੰਡ ਸ਼ਾਇਦ ਇਸ ਸੰਸਾਰ ਵਿੱਚ ਕੋਈ ਅਸਥਾਨ ਹੈ ਵੀ ਉੱਥੇ ਜਾ ਕੇ ਬੇਨਤੀ ਕੀਤੀ ਜਾਏ ਅਤੇ ਮਾਲਕ ਸੁਣਦਾ ਹੈ। ਪਰਮਾਤਮਾ ਦੇ ਨਾਂ 'ਤੇ ਭਰਮ ਨੇ ਵੀ ਪਰਮਾਤਮਾ ਦਾ ਕੀ ਸਰੂਪ ਹੈ। ਪਰਮਾਤਮਾ ਦੇ ਨਾਮ ਦੇ ਨਾਂ 'ਤੇ ਭੁਲੇਖੇ ਨੇ ਵੀ ਨਾਮ ਕੀ ਹੈ। ਕੋਈ ਨਾਮ ਕਿਸੇ ਨੂੰ ਕਹਿ ਰਿਹਾ ਹੈ, ਕੋਈ ਨਾਮ ਕਿਸੇ ਨੂੰ ਕਹਿ ਰਿਹਾ ਹੈ। ਕੋਈ ਪਰਮਾਤਮਾ ਨੂੰ ਪੱਛਮ ਵਿੱਚ ਕਹਿ ਰਿਹਾ ਹੈ, ਕੋਈ ਪਰਮਾਤਮਾ ਨੂੰ ਦੱਖਣ ਵਿੱਚ ਕਹਿ ਰਿਹਾ ਹੈ। ਕੋਈ ਪਰਮਾਤਮਾ ਨੂੰ ਸੱਤ ਆਕਾਸ਼ 'ਤੇ ਕਹਿ ਰਿਹਾ ਹੈ, ਕੋਈ ਸੱਤ ਪਤਾਲ ਵਿੱਚ ਕਹਿੰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਦੱਸਿਆ, ਤੁਸੀਂ ਉਸੇ ਵਿੱਚੋਂ ਪੈਦਾ ਹੋਏ ਹੋ, ਉਹ ਤੁਹਾਡੇ ਤੋਂ ਵੱਖ ਨਹੀਂ, ਤੁਸੀਂ ਉਸ ਤੋਂ ਵੱਖ ਨਹੀਂ। ਤੁਸੀਂ ਸ਼ਬਦ ਵੀ ਸੁਣਿਆ ਹੈ, ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ, ਜਹ ਜਹ ਦੇਖਾਂ ਤਹ ਤਹ ਤੂੰ ਹੈ, ਤੁਝ ਤੇ ਨਿਕਸੀ ਫੂਟ ਮਰਾਂ। ਜਿਸ ਤਰ੍ਹਾਂ ਮਛਲੀ ਹੈ ਉਹ ਪਾਣੀ ਵਿੱਚ ਹੈ, ਜਿੰਦਾ ਹੈ, ਬਾਹਰ ਨਿਕਲੇਗੀ ਖਤਮ ਹੋ ਜਾਏਗੀ। ਇਸੇ ਤਰ੍ਹਾਂ ਸਾਡਾ ਇੱਥੇ ਹੋਂਦ ਉਸੇ ਕਰਕੇ ਹੀ ਹੈ। ਸਾਨੂੰ ਸਵਾਸ ਆ ਰਹੇ ਨੇ, ਉਹ ਦੇ ਰਿਹਾ ਹੈ। ਜੇ ਉਹ ਸਵਾਸ ਦੇ ਰਿਹਾ ਹੈ, ਉਹ ਲਾਗੇ ਹੀ ਹੈ, ਨੇੜੇ ਹੀ ਹੈ। ਇਸੇ ਤਰੀਕੇ ਨਾਲ ਮਹਾਰਾਜ ਕਹਿੰਦੇ ਨੇ ਤੁਸੀਂ ਉਸ ਦੀ ਪਛਾਣ ਕਰਨੀ ਹੈ। ਤੁਸੀਂ ਉਸ ਤੋਂ ਦੂਰ ਨਹੀਂ, ਉਹ ਤੁਹਾਡੇ ਤੋਂ ਦੂਰ ਨਹੀਂ। ਜਿਹੜਾ ਉਸ ਦੀ ਪਛਾਣ ਕਰਦਾ ਹੈ, ਉਹ ਹੁਕਮ ਦੇ ਵਿੱਚ ਆ ਜਾਂਦਾ ਹੈ। ਹੁਕਮ ਵਿੱਚ ਆ ਕੇ ਫਿਰ ਉਹ ਇਸ ਖੇਲ ਨੂੰ ਖੇਡਦਾ ਹੈ, ਦਰਸ਼ਕ ਬਣ ਕੇ ਖੇਡਦਾ ਹੈ, ਇਸ ਖੇਡ ਨੂੰ ਜਿੱਤਦਾ ਹੈ। ਅਤੇ ਜਿਨ੍ਹਾਂ ਨੂੰ ਇਸ ਖੇਡ ਦਾ ਪਤਾ ਨਹੀਂ ਲੱਗਦਾ, ਉਹ ਪਰਮਾਤਮਾ ਨੂੰ ਲੱਭਦਿਆਂ ਉਹ ਭਰਮ ਦੇ ਵਿੱਚ ਚਲੇ ਜਾਂਦੇ ਨੇ। ਉਹ ਕਿਸੇ ਨੂੰ ਹੋਰ ਨੂੰ ਪਰਮਾਤਮਾ ਮੰਨਣਾ ਸ਼ੁਰੂ ਕਰ ਦਿੰਦੇ ਨੇ। ਐਸੀ ਅਵਸਥਾ ਵਿੱਚ ਚੱਲ ਪੈਂਦੇ ਨੇ। ਕੋ ਬੁਤਾਨ ਕੋ ਪੂਜਤ ਹੈ ਬਸ, ਕੋ ਮਿਰਤਾਨ ਕੋ ਪੂਜਨ ਧਾਇਓ, ਕੋ ਲਖਿਓ ਹਰ ਅਵਾਚੀ ਦਿਸ਼ਾ ਮਹਿ, ਕੋ ਪਿਛਾਹ ਕੋ ਸੀਸ ਨਿਵਾਇਓ। ਇਸ ਤਰੀਕੇ ਨਾਲ ਚੱਲਦੇ ਨੇ, ਪਰ ਕਿਸੇ ਨੇ ਵੀ ਉਸ ਪਰਮਾਤਮਾ ਨੂੰ ਨਹੀਂ ਦੇਖਿਆ। ਭਰਮ ਹੈ, ਅਤੇ ਇਸੇ ਹੀ ਭਰਮ ਨੂੰ, ਅਗਿਆਨਤਾ ਨੂੰ ਸਮਝਣਾ ਹੈ। ਜੇ ਉਹ ਸਾਡੇ ਤੋਂ ਦੂਰ ਹੋਵੇਗਾ ਤਾਂ ਅਸੀਂ ਜਿੰਦਾ ਨਹੀਂ ਰਹਿ ਸਕਾਂਗੇ। ਅੰਤਰ ਬਾਹਰ ਹਰ ਪ੍ਰਭ ਏਕੋ ਹੈ, ਭਰਮ ਵਿੱਚ ਚਲਾ ਗਿਆ ਹੈ। ਉਹ ਹੁਣ ਗੁਰਮੁਖ ਜਿਹੜੇ ਨੇ, ਸੰਤ ਸਾਧੂ ਜਿਹੜੇ ਨੇ, ਉਹ ਸਾਨੂੰ ਉਸ ਪਰਮਾਤਮਾ ਦਾ ਸਰੂਪ ਦੱਸ ਰਹੇ ਨੇ ਵੀ ਜਿਹੜਾ ਤੁਹਾਡਾ ਮੂਲ ਹੈ, ਉਹ ਹੁਣ ਤੁਹਾਡੇ ਅੰਦਰ ਵੀ ਹੈ ਅਤੇ ਤੁਹਾਡੇ ਬਾਹਰ ਵੀ ਹੈ। ਅੰਦਰ ਵੀ ਸਮਾਇਆ ਹੋਇਆ ਹੈ, ਬਾਹਰ ਵੀ ਸਮਾਇਆ ਹੋਇਆ ਹੈ। ਇੱਥੋਂ ਤੱਕ ਆਪਾਂ ਨੇ ਹੁਣ ਸਮਝ ਲੈਣਾ ਹੈ। ਜੋ ਨਹੀਂ ਪਤਾ ਲੱਗਿਆ ਪੁੱਛ ਲੈਣਾ ਹੈ ਵੀ ਕਿਸ ਤਰ੍ਹਾਂ ਮਾਲਕ ਇਸ ਖੇਡ ਨੂੰ ਪੈਦਾ ਕਰਕੇ ਆਪਣੇ ਸਰਗੁਣ ਰੂਪ ਨੂੰ ਖਿਡਾ ਰਿਹਾ ਹੈ। ਅਤੇ ਨਾਲ ਹੁਣ ਉਸ ਨੂੰ ਸਮਝਦਿਆਂ ਹੋਇਆਂ ਆਪਾਂ ਨੂੰ ਮਹਾਰਾਜ ਦੱਸ ਰਹੇ ਨੇ ਵੀ ਹੁਣ ਤੁਸੀਂ ਬੈਠੇ ਹੋ ਇਸ ਧਰਤੀ ਦੇ ਉੱਪਰ, ਇਸ ਨੂੰ ਲੋਕ ਕਹਿੰਦੇ ਨੇ। ਜਦੋਂ ਤੁਸੀਂ ਇੱਥੇ ਵਿਚਰਦੇ ਹੋ, ਧਰਤੀ 'ਤੇ ਤੁਰਦੇ ਹੋ, ਫਿਰਦੇ ਹੋ, ਇਹ ਲੋਕ ਹੈ। ਜਿੱਥੇ ਇਹ ਧਰਤੀ ਤਿਆਰ ਹੋਈ,
ਜਿਸ ਨੂੰ ਸੱਚਖੰਡ ਕਿਹਾ ਗਿਆ, ਉਹ ਪਰਲੋਕ ਹੈ। ਜਦੋਂ ਤੁਸੀਂ ਚੱਲਦੇ ਹੋ, ਇੱਕ ਪੈਰ ਤੁਹਾਡਾ ਲੋਕ ਵਿੱਚ ਹੁੰਦਾ ਹੈ, ਇੱਕ ਪੈਰ ਤੁਹਾਡਾ ਪਰਲੋਕ ਵਿੱਚ ਹੁੰਦਾ ਹੈ। ਲੋਕ ਅਤੇ ਪਰਲੋਕ ਗੁਰਮੁਖ ਨੂੰ ਨੇੜੇ ਕਰਕੇ ਦਿਖਾਏ ਗਏ ਨੇ ਵੀ ਤੁਸੀਂ ਹੁਣ ਕਿਹੜਾ ਰਾਜ ਚਾਹੁੰਦੇ ਹੋ। ਤੁਸੀਂ ਲੋਕ ਦਾ ਰਾਜ ਚਾਹੁੰਦੇ ਹੋ ਤੇ ਮਾਇਆ ਦੇ ਨਾਲ ਜੁੜ ਜਾਓ, ਮਾਇਆ ਦੇ ਫੁਰਨੇ ਲੈਣੇ ਸ਼ੁਰੂ ਕਰ ਦਿਓ। ਮਾਇਆ ਇਸ ਲੋਕ ਦੇ ਵਿੱਚ ਮਾਇਆ ਨੂੰ ਵਡਿਆਈ ਹੈ। ਜੇ ਤੁਸੀਂ ਪਰਲੋਕ ਵਿੱਚ ਜਾਣਾ ਚਾਹੁੰਦੇ ਹੋ, ਪਰਲੋਕ ਵਿੱਚ ਨਾਮ ਜਾਏਗਾ, ਮਾਇਆ ਨਹੀਂ ਜਾ ਸਕੇਗੀ। ਨਾਮ ਦੇ ਵਿੱਚ ਤੁਹਾਡਾ ਸੂਖਮ ਆਕਾਰ ਜੋ ਮਨ ਹੈ ਉਹ ਸਮਾਏਗਾ। ਇਹ ਸਰੀਰ ਜਿਹੜਾ ਇਸ ਧਰਤੀ 'ਤੇ ਰਹਿਣ ਵਾਲਾ ਹੈ, ਉਹ ਇਸ ਲੋਕ ਵਿੱਚ ਹੀ ਰਹਿ ਜਾਏਗਾ, ਅੱਗੇ ਨਹੀਂ ਜਾ ਸਕੇਗਾ। ਇਸ ਕਰਕੇ ਜੇ ਤੁਸੀਂ ਪਰਲੋਕ ਦਾ ਰਾਜ ਲੈਣਾ ਚਾਹੁੰਦੇ ਹੋ ਤਾਂ ਸ਼ਬਦ ਵਿੱਚ ਜੁੜਨਾ ਪਏਗਾ, ਨਾਮ ਵਿੱਚ ਸਮਾਉਣਾ ਪਏਗਾ। ਸਾਥ ਨਾ ਚਾਲੇ ਬਿਨ ਭਜਨ, ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਣਾ, ਨਾਨਕ ਇਹ ਧਨਸਾਰ। ਪਰਲੋਕ ਵਿੱਚ ਤੁਸੀਂ ਸ਼ਬਦ ਦੁਆਰਾ ਪ੍ਰਵੇਸ਼ ਹੋ ਸਕਦੇ ਹੋ, ਇਸ ਸਰੀਰ ਵਿੱਚ ਲੋਕ ਵਿੱਚ ਤੁਸੀਂ ਪਾਉਣ ਦੁਆਰਾ ਪ੍ਰਵੇਸ਼ ਹੋ ਸਕਦੇ ਹੋ। ਲੋਕ ਅਤੇ ਪਰਲੋਕ ਦੋਨਾਂ ਦਾ ਮੁਖੀ ਇਹ ਪਰਮਾਤਮਾ ਹੈ। ਇਸੇ ਦਾ ਹੀ ਸਾਰਾ ਕੁਝ ਦਿੱਤਾ ਹੋਇਆ ਹੈ। ਇਹ ਲੋਕ ਵੀ ਤੇ ਪਰਲੋਕ ਵੀ। ਤੇ ਜਿਹੜੇ ਮਾਇਆ ਦੇ ਨਾਲ ਜੁੜ ਜਾਂਦੇ ਨੇ, ਪਰਮਾਤਮਾ ਦੇ ਨਾਂ ਦੇ ਉੱਪਰ ਦੂਸਰੇ ਨੂੰ ਧੋਖਾ ਦੇਣਾ ਸ਼ੁਰੂ ਕਰ ਦਿੰਦੇ ਨੇ, ਉਹ ਲੋਕ ਵੀ ਗਵਾ ਲੈਂਦੇ ਨੇ, ਪਰਲੋਕ ਵੀ ਗਵਾ ਲੈਂਦੇ ਨੇ। ਲੋਕ ਗਇਓ, ਪਰਲੋਕ ਗਵਾਇਓ। ਉਹ ਦਿਖਾਵੇ ਵਿੱਚ ਲੈ ਜਾਂਦੇ ਨੇ ਵੀ ਸ਼ਾਇਦ ਪਰਮਾਤਮਾ ਨੂੰ ਭੇਖ ਕਰਕੇ ਪਾਇਆ ਜਾ ਸਕਦਾ ਹੈ, ਸ਼ਾਇਦ ਪਰਮਾਤਮਾ ਨੂੰ ਦਿਖਾਵਾ ਕਰਕੇ ਪਾਇਆ ਜਾ ਸਕਦਾ ਹੈ। ਉਹ ਉਸ ਦੇ ਸਰੂਪ ਨੂੰ ਭੁੱਲਣ ਕਰਕੇ, ਉਸ ਦੀ ਹੋਂਦ ਦਾ ਅਹਿਸਾਸ ਨਾ ਹੋਣ ਕਰਕੇ ਆਪ ਦੀ ਮੱਤ ਦੁਆਰਾ ਹੀ ਪਰਮਾਤਮਾ ਦੀ ਭਗਤੀ ਕਰਦੇ ਨੇ, ਜਿਸ ਨਾਲ ਉਹਨਾਂ ਦੇ ਅੰਦਰ ਫਿਰ ਇਹ ਕਾਮ, ਕ੍ਰੋਧ, ਮੋਹ, ਹੰਕਾਰ, ਇਹ ਮਾਇਆ, ਇਹ ਆਪ ਦਾ ਖੇਲ ਖੇਲਦੀ ਹੈ ਅਤੇ ਮਾਲਕ ਦੇ ਨਾਂ 'ਤੇ, ਪਰਮਾਤਮਾ ਦੇ ਨਾਂ 'ਤੇ ਉਹ ਭਰਮ ਪੈਦਾ ਕਰਦੇ ਨੇ। ਇਸ ਕਰਕੇ ਇੱਥੇ ਫਿਰ ਧਰਤੀ 'ਤੇ ਇਹਨਾਂ ਪੰਜਾਂ ਦਾ ਰਾਜ ਚੱਲਦਾ ਹੈ। ਉਹ ਹੁਣ ਅੱਗੇ ਆਪਾਂ ਨੂੰ ਗੁਰਬਾਣੀ ਵਿੱਚ ਸਮਝਾਇਆ ਹੋਇਆ ਹੈ। ਹੁਣ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਦੱਸਣ ਲੱਗੇ ਵੀ ਜਦੋਂ ਇਹ ਸਾਰਾ ਤਿਆਰ ਹੋ ਗਿਆ, ਖੰਡ, ਬ੍ਰਹਿਮੰਡ, ਆਕਾਰ, ਪੁਰੀਆਂ, ਭਵਨ, ਇਹਨਾਂ ਸਾਰਿਆਂ ਦਾ ਜੋ ਸਿਰਮੌਰ ਹੈ ਇੱਥੇ ਖੇਡਣ ਵਾਲਿਆਂ ਵਿੱਚੋਂ, ਉਹ ਹੈ ਮਨੁੱਖੀ ਜਾਮਾ, ਮਨੁੱਖੀ ਆਕਾਰ। ਉਸ ਦਾ ਬਾਹਰੋਂ ਹੁਣ ਆਪਾਂ ਨੂੰ ਸਮਝਾਉਂਦੇ ਨੇ। ਇੱਥੋਂ ਤੱਕ ਸਮਝ ਲੱਗ ਗਈ ਆਪਾਂ ਨੂੰ? ਹਾਂਜੀ, ਸਾਰਿਆਂ ਨੂੰ ਵੀ ਕਿਸ ਤਰ੍ਹਾਂ ਇਹ ਸਾਰਾ ਹੋਂਦ ਵਿੱਚ ਆਇਆ। ਅੱਗੇ ਹੁਣ ਆਪਾਂ ਆਪ ਦੀ ਗੱਲ ਕਰਨ ਲੱਗੇ ਹਾਂ ਵੀ ਹੁਣ ਅਸੀਂ ਕਿਵੇਂ ਅੱਗੇ, ਸਾਡੇ ਅੰਦਰ ਕੀ ਚੱਲਦਾ ਹੈ। ਆਓ ਨਾਲ ਨਾਲ 2 ਮਿੰਟ ਪਹਿਲਾਂ ਸਿਮਰਨ ਕਰ ਲਈਏ, ਫਿਰ ਅੱਗੇ ਆਪਣੀ ਕਹਾਣੀ ਨੂੰ ਲੈ ਕੇ ਚੱਲਦੇ ਹਾਂ। ਜੋ ਇਸ ਸੰਸਾਰ ਦੇ ਵਿੱਚ ਮਾਤਲੋਕ ਵਿੱਚ ਜਦੋਂ ਸਾਨੂੰ ਭੇਜਿਆ, ਉਦੋਂ ਸਾਡੇ ਨਾਲ ਹੁਣ ਕੀ ਵਿਧੀ ਵਰਤੀ, ਕੀ ਤਰੀਕਾ ਵਰਤਿਆ ਵੀ ਇੱਥੇ ਆ ਕੇ ਮਨ ਮਾਇਆ ਦੇ ਨਾਲ ਜੁੜ ਗਿਆ। ਆਓ ਕੋਸ਼ਿਸ਼ ਕਰੀਏ ਮਨਾਂ ਨੂੰ ਸਹਿਜ ਵਿੱਚੋਂ ਨਾਲ ਨਾਲ ਅੰਦਰ ਵੀ ਜੋੜਦੇ ਚੱਲੀਏ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
ਗੁਰੂ ਵਾਹਿਗੁਰੂ 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 ਵਾਹਿਗੁਰੂ
ਹੁਣ ਇਸੇ ਤਰ੍ਹਾਂ ਜਿਵੇਂ ਸਾਡਾ ਇਹ ਬ੍ਰਹਿਮੰਡ ਦੇ ਵਿੱਚ ਆਕਾਰ ਹੁਣ ਤਿਆਰ ਹੋ ਗਿਆ ਹੈ, ਇਸ ਦੇ ਵਿੱਚ ਉਸ ਸੱਚੇ ਨੇ ਆਪਣੀ ਜੋਤ ਟਿਕਾ ਦਿੱਤੀ। ਜੋਤ ਦੇ ਉੱਪਰ ਇਹ ਆਕਾਰ ਪੈਦਾ ਹੋਇਆ ਹੈ ਸਰੀਰ। ਦੋ ਕਿਸਮ ਦੇ ਆਕਾਰ ਤਿਆਰ ਹੋ ਗਏ, ਇੱਕ ਨੂੰ ਪੁਰਖ ਕਿਹਾ ਗਿਆ, ਦੂਸਰੇ ਨੂੰ ਨਾਰੀ ਕਿਹਾ ਗਿਆ। ਅੱਗੇ ਖੇਲ ਚਲਾਉਣ ਲੱਗੇ ਨੇ, ਉਸ ਤੋਂ ਪਹਿਲਾਂ ਹੁਣ ਥੋੜ੍ਹਾ ਜਿਹਾ ਨਾਲ ਆਪਣੀ ਪਛਾਣ ਵੀ ਤੁਸੀਂ ਕਰ ਲਓ, ਕਿਉਂਕਿ ਉਹੀ ਆਪਣਾ ਵਿਸ਼ਾ ਹੈ ਕਿ ਆਪਾਂ ਕੌਣ ਹਾਂ। ਹੁਣ ਥੋੜ੍ਹਾ ਜਿਹਾ ਸਹਿਜ ਵਿੱਚ ਜਾ ਕੇ ਵਿਚਾਰੋ ਵੀ ਇਹ ਆਕਾਰ ਇਹ ਕਿੱਥੋਂ ਪੈਦਾ ਹੋਇਆ। ਇਹ ਆਕਾਰ ਕਿੱਥੋਂ ਪੈਦਾ ਹੋਇਆ? ਸੱਚ ਵਿੱਚੋਂ। ਇਸ ਆਕਾਰ ਨੇ ਆਪਣੇ ਆਪ ਵਿੱਚੋਂ ਕੁਝ ਤਿਆਰ ਕੀਤਾ ਹੋਵੇ। ਇਸ ਨੇ ਇਸ ਸਰੀਰ ਦੇ 5 ਤੱਤਾਂ ਵਿੱਚੋਂ ਕੋਈ ਤੱਤ ਤਿਆਰ ਕੀਤਾ ਹੋਵੇ। ਤੁਸੀਂ ਆਪ ਦੇ ਆਪ 'ਤੇ ਲਾਉਣਾ ਹੈ, ਅਸੀਂ ਆਪ ਦੇ 'ਤੇ ਸਮਝਣਾ ਹੈ ਇਸ ਚੀਜ਼ ਨੂੰ ਵੀ ਇਸ ਸਰੀਰ ਦੇ 5 ਤੱਤਾਂ ਵਿੱਚੋਂ ਅਸੀਂ ਕੋਈ ਤੱਤ ਤਿਆਰ ਕੀਤਾ ਹੋਵੇ। ਨਹੀਂ ਕੀਤਾ। ਇਹ ਪ੍ਰਮਾਤਮਾ ਵੱਲੋਂ ਸ੍ਰਿਸ਼ਟੀ ਨੂੰ ਪੈਦਾ ਕਰਨ ਸਮੇਂ 5 ਤੱਤਾਂ ਤੋਂ ਤਿਆਰ ਕਰਵਾਇਆ ਗਿਆ। ਸਾਨੂੰ ਸਵਾਲ ਪੁੱਛਦੇ ਨੇ, 5 ਤੱਤ ਮਿਲ ਕਾਇਆ ਕੀਨੀ, ਇਹ ਤੱਤ ਕਹਾਂ ਤੇ ਕੀਨਰੇ, ਕਿੱਥੋਂ ਪੈਦਾ ਹੋਏ? ਪਤਾ ਲੱਗਾ 5 ਤੱਤ ਸੁਨੋ ਪ੍ਰਗਾਸਾ, 5 ਤੱਤ ਸੁਨ ਵਿੱਚੋਂ ਪੈਦਾ ਹੋਏ। ਕਹਿਣ ਤੋਂ ਭਾਵ ਵੀ ਸਾਡੀ ਕੋਈ ਵੀ ਹੋਂਦ ਨਹੀਂ ਸੀ, ਤੱਤਾਂ ਵਿੱਚ ਅਸੀਂ ਆਏ, ਅਸੀਂ ਦਿਖਣਾ ਸ਼ੁਰੂ ਹੋ ਗਏ, ਸਾਡਾ ਨਾਂ ਰੱਖ ਦਿੱਤਾ ਗਿਆ। ਇਹ ਤੱਤ ਪਰੋਏ ਹੋਏ ਨੇ ਪਾਉਣ ਦੁਆਰਾ, ਇਹਨਾਂ ਨੂੰ ਇਕੱਠਿਆਂ ਕੀਤਾ ਹੋਇਆ ਹੈ। ਪਾਉਣ ਪਰੋਇਆ ਸਗਲ ਆਕਾਰਾ। ਹੁਣ ਆਪਾਂ ਨੂੰ ਪਾਉਣ ਵਿੱਚ ਸਵਾਸ ਆ ਰਹੇ ਨੇ। ਇਹ ਹੁਣ ਸਵਾਸ ਤੁਸੀਂ ਦੇਖੋ, ਇਹ ਸਰੀਰ ਜਿਹੜਾ ਤਿਆਰ ਹੋਇਆ ਹੈ ਸੱਚ ਵਿੱਚੋਂ, ਇਹ ਭਾਵੇਂ ਨਾਰੀ ਹੈ ਤੇ ਭਾਵੇਂ ਪੁਰਖ ਹੈ, ਉਸਨੇ ਵਿਚਾਰਨਾ ਹੈ ਸਵਾਸ ਕੌਣ ਦੇ ਰਿਹਾ ਹੈ। ਸਵਾਸ ਆਪਾਂ ਨੂੰ ਕੌਣ ਦੇ ਰਿਹਾ ਹੈ? ਤੁਸੀਂ ਲੈ ਰਹੇ ਹੋ ਕਿ ਤੁਹਾਨੂੰ ਦਿੱਤੇ ਜਾ ਰਹੇ ਨੇ? ਜੇ ਤੁਸੀਂ ਸਵਾਸ ਲੈਂਦੇ ਹੋਵੋ ਫਿਰ ਸਵਾਸ ਖਤਮ ਨਹੀਂ ਸੀ ਹੋਣੇ ਚਾਹੀਦੇ। ਜਦੋਂ ਸਮਾਂ ਆਉਂਦਾ ਹੈ ਸਵਾਸ ਖਤਮ ਹੋ ਜਾਂਦੇ ਨੇ। ਇਸ ਦਾ ਅਰਥ ਹੈ ਵੀ ਸਾਨੂੰ ਕੁਝ ਗਿਣਤੀ ਦੇ ਸਵਾਸ ਹੀ ਮਿਲੇ ਨੇ, ਜ਼ਿਆਦਾ ਦੇਰ ਅਸੀਂ ਨਹੀਂ ਰਹਿ ਸਕਦੇ। ਤੇ ਜਿਹੜੇ ਇਹ ਸਵਾਸ ਨੇ ਇਹ ਕੌਣ ਦੇ ਰਿਹਾ ਹੈ? ਗੁਰੂ ਤੋਂ ਆਪਾਂ ਪੁੱਛਿਆ। ਗੁਰੂ ਸਾਨੂੰ ਦੱਸਦਾ ਹੈ, ਆਪੇ ਕਰਤਾ ਕਰ ਕਰ ਵੇਖੇ ਦਿਨ ਦਾ ਸਾਸ ਗਿਰ ਰਿਹਾ ਹੈ, ਵੀ ਤੁਹਾਨੂੰ ਸਵਾਸ ਵੀ ਪਰਮਾਤਮਾ ਹੀ ਦੇ ਰਿਹਾ ਹੈ। ਸਵਾਸ ਵੀ ਮਾਲਕ ਨੇ ਦਿੱਤੇ ਨੇ। ਇਸ ਸਰੀਰ ਦੇ ਤੱਤ ਵੀ ਉਸੇ ਤੋਂ ਪੈਦਾ ਹੋਏ ਨੇ। ਇਸ ਦੇ ਅੰਦਰ ਜਿਹੜੀ ਜੋਤ ਹੈ, ਜਿਸ ਨੂੰ ਅਸੀਂ ਆਤਮਾ ਕਹਿੰਦੇ ਹਾਂ, ਉਹ ਕਿੱਥੋਂ ਪੈਦਾ ਹੋਈ? ਉਹ ਆਤਮਾ ਵੀ ਪਰਮਾਤਮਾ ਦੀ ਅੰਸ਼ ਹੈ। ਇਹ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਧਰੀ।
जोत रखी तां तू जग मह आया। हुण जोत भी उसदी, शरीर भी उसका, श्वास भी वो दे रहा है, फिर आपां कौन हाँ? आपां कौन हाँ? हुण वो कहंदे ने, कहो कबीर यह राम की अंश। तुसी राम हो, तुसी रब हो, तुसी परमात्मा का स्वरूप हो। जदों सानू समझ आया, उन्होंने दसिया भी ये जिहड़ा पैदा होया है ये परमात्मा विचों पैदा होया है, ये परमात्मा का सरगुण स्वरूप है। ना हम हिंदू ना मुसलमान, भी ना असी हिंदू हाँ। जे ये हिंदू हो गया तो इसनूं बनाउण वाला वो भी हिंदू हो गया, परमात्मा भी हिंदू हो गया। जे ये मुसलमान है, जिस तो ये पैदा होया है, वो भी मुसलमान हो गया। जे ये कोई होर धर्म का है, परमात्मा भी वो हो गया। इस करके नाल नाल अपनी पछाण करनी है, नाल नाल अपने धर्म की पछाण करनी है भी तुहाडा सारिਆਂ ਦਾ अपना सारिਆਂ ਦਾ सरगुण का धर्म की है। धर्म का संबंध शरीर नाल नहीं है, धर्म का संबंध इधर है। बोलीए सच धर्म, झूठ ना बोलीए। साडा सारिਆਂ ਦਾ जो धर्म है वो सच धर्म है, परमात्मा साडा धर्म है। ਜਿਹੜਾ उसकी रहत मर्यादा विच आ गया, हुक्म विच आ गया, वो परवान है, वो खेल नूं समझ गया। ਜਿਹੜਾ धर्म नूं ना समझ सकिया, शरीरां नाल जुड़ गया, इत्थे फिर झगड़ा पैदा हुंदा है। हुण ये है परमात्मा सरगुण। ते महाराज सच्चे पातशाह कहंदे ने, सरगुण निर्गुण निरंकार सुन समाधि आप, आपन किया नानका आपे ही फिर जाप। पानी विचों लहर उठी, तुसीं उसका कोई नाम रख दिता, पर है वो पानी ही। उसनूं जो मर्जी तुसीं लिख दो, उस समुद्र का नाम अलग रख दो, किसी ने कुछ कह दिता, इंग्लिश विच उसनूं कुछ कह दिता, किसी होर भाषा विच उसका कोई होर नाम है, पर परमात्मा एक ही है। अवल अल्लाह नूर उपाया, कुदरत के सब बंदे, एक नूर ते सब जग उपजया, कौन भले को मंदे। लोगा भरम न भूलो भाई, खालक खलक खलक मैं खालक। तुसीं उस विचों पैदा होए हो, वो तुहाडे अंदर है, इस करके तुसीं अपने आप नूं उस तो अलग करके दिखाओ। जदों तुसीं अपने आप नूं उस तो अलग समझोगे, उदों हौमे आएगी। ते ये हौमे का रोग मानस नूं दिता होया है। वो हौमे विच अपने आप नूं परमात्मा तो अलग समझदा है कि मैं इस धर्म नाल संबंध रखदा हाँ, मेरा ये नाम है, मेरी ये जात बरादरी है, मैं इस नाल संबंध रखदा हाँ, मैं अमीर हाँ, मैं गरीब हाँ। इथों धड़े बनते हैं जदों असीं उस तो अपने आप नूं अलग कर लैंदे हाँ। इथों माया शुरू होंदी है। इस तरह संसार की जिहड़ी ये रचना है, ये माया द्वारा हुई है। जिन्ना चिर यही हौमे दूर नहीं हुंदी, सानू साडा स्वरूप ही पता नहीं लगता भी असीं कौन हाँ, उन्ना चिर साडा आवागौण ये खत्म नहीं हुंदा। हुण ये तुहानू पता लग गया भी तुहाडा तुहाडे विच कुछ नहीं है। जे है तो उसनूं विचार लो, आपस विच विचार लो भी किसदा है। जदों विचार विच जाओगे तो पर्दा पासे हो जाएगा। तो जिन्होंने विचार कीती, उन्होंने देखा तो बचन किया, मेरा मुझ में किछ नहीं, जो किछ है सो तेरा, तेरा तुझको सौंपते क्या लागे मेरा। हुण इत्थे कहानी है कि जिसका है उसनूं सौंप दिओ, फिर तो खेल गुरमुख वाला चलेगा। तो जदों अपने आप विच उसनूं रख लैंदे हो भी ये शरीर मेरा है,
ਇਹ ਕਿਰਤ ਮੇਰੀ ਹੈ। ਫਿਰ ਉਹ ਸਾਨੂੰ ਹੋਰ ਸਵਾਲ ਪਾਉਂਦੇ ਨੇ, ਤੁਸੀਂ ਕਹਿੰਦੇ ਹੋ ਵੀ ਅਸੀਂ ਖੇਤੀ ਕਰਦੇ ਹਾਂ, ਤੁਸੀਂ ਕਹਿੰਦੇ ਹੋ ਵੀ ਅਸੀਂ ਨੌਕਰੀ ਕਰਦੇ ਹਾਂ, ਜ਼ਰੂਰੀ ਹੈ, ਕਰਮ ਜ਼ਰੂਰੀ ਹੈ। ਉਹ ਸਵਾਲ ਪਾਉਂਦੇ ਨੇ, ਜਿਸ 5 ਤੱਤਾਂ ਵਾਸਤੇ ਤੁਸੀਂ ਕਰਮ ਕੀਤਾ, ਤੁਹਾਨੂੰ ਕਰਮ ਕਿਸ ਨੇ ਦਿੱਤਾ? ਉਹ ਕਰਮ ਤੁਹਾਨੂੰ ਕਿਸ ਨੇ ਦੇ ਕੇ ਭੇਜਿਆ ਹੈ? ਕਿਉਂਕਿ ਕਰਮ ਕਰਨ ਵਾਸਤੇ ਹੀ ਜਨਮ ਹੋਇਆ ਹੈ। ਇਹ ਕਰਮ ਭੂਮੀ ਹੈ, ਇਹ ਮਾਤ ਲੋਕ। ਇੱਥੇ ਆ ਕੇ ਤੁਸੀਂ ਕਰਮ ਹੀ ਕਰਨਾ ਹੈ। ਹੁਣ ਜਿਸ ਨੇ ਕਰਮ ਕਰਨ ਭੇਜਿਆ ਉਸ ਨੂੰ ਜਾਣਿਆ ਨਹੀਂ ਤੇ ਕਰਮ ਦੇ ਨਾਲ ਜੁੜ ਗਏ। ਜੁੜਦਿਆਂ ਜੁੜਦਿਆਂ ਕਿਰਤ ਕਰਮ ਕੇ ਵਿਛੜੇ, ਦੂਰ ਹੋ ਗਏ। ਉਸ ਨੇ ਕਰਮ ਨੂੰ ਮਨ ਵਿੱਚ ਵਸਾ ਲਿਆ। ਜਿਵੇਂ ਜਿਵੇਂ ਕਰਮ ਮਨ ਵਿੱਚ ਵਸਦਾ ਗਿਆ, ਨਾਮ ਸ਼ਬਦ ਪਰਮਾਤਮਾ ਉਹ ਭੁੱਲਦਾ ਗਿਆ। ਹੁਣ ਸਾਨੂੰ ਫਿਰ ਪੁੱਛਦੇ ਨੇ ਵੀ ਜਿਸ ਕਰਮ ਨਾਲ ਤੁਸੀਂ ਬੱਝੇ ਹੋਏ ਹੋ, ਉਹ ਕਰਮ ਕਿਸ ਨੇ ਦਿੱਤਾ ਹੈ? ਜੇ ਕਰਮ ਨਾਲ ਹੀ ਜੁੜਨਾ ਹੈ ਫਿਰ ਕਰਮ ਦੇਣ ਵਾਲੇ ਨਾਲ ਵੀ ਜੁੜੋ। ਕਰਮ ਬੱਧ ਤੁਮ ਜੀਓ ਕਹਿਤ ਹੋ, ਕਰਮ ਹੈ ਕਿਨ ਜੀਓ ਦੀਨ ਰੇ। ਵੀ ਕਰਮ ਦਾ ਬੱਝਾ ਹੋਇਆ ਤੁਸੀਂ ਕਹਿ ਰਹੇ ਹੋ ਵੀ ਜ਼ਰੂਰੀ ਹੈ, ਨਹੀਂ ਛੱਡਿਆ ਜਾ ਰਿਹਾ, ਜ਼ਿੰਮੇਵਾਰੀ ਹੈ, ਸੰਸਾਰ ਹੈ। ਫਿਰ ਸੰਸਾਰ ਕਿਸ ਨੇ ਦਿੱਤਾ? ਪਰਿਵਾਰ ਕਿਸ ਨੇ ਦਿੱਤਾ? ਕਰਮ ਕਿਸ ਨੇ ਦਿੱਤਾ? ਇਸ ਅਵਸਥਾ ਵਿੱਚ ਉਹ ਸਾਡੇ ਸਾਰਿਆਂ 'ਤੇ ਸਾਨੂੰ ਲਿਆ ਕੇ ਪੁੱਛਦੇ ਨੇ ਵੀ ਜਿੱਧਰ ਮਰਜ਼ੀ ਤੁਸੀਂ ਚੱਲੋ, ਜੁੜਨਾ ਪਏਗਾ ਪਰਮਾਤਮਾ ਦੇ ਨਾਲ ਹੀ। ਜਾਣ ਨਹੀਂ ਦੇਣਗੇ ਸਾਨੂੰ। ਮਨ ਇੱਧਰ ਮਾਇਆ ਦੇ ਨਾਲ ਜੁੜਦਾ ਹੈ, ਵਿਚਾਰਾਂ ਦੇ ਵਿੱਚ, ਫੁਰਨਿਆਂ ਵਿੱਚ ਆਉਂਦਾ ਹੈ। ਇਸ ਨੂੰ ਸਮਝਾ ਰਹੇ ਨੇ। ਅਤੇ ਜਿਨ੍ਹਾਂ ਨੂੰ ਆਪਣੇ ਆਪ ਦੀ ਪਛਾਣ ਹੋ ਗਈ, ਉਹਨਾਂ ਨੇ ਆਪਾਂ ਨੂੰ ਦੱਸਿਆ ਵੀ ਸਾਡੇ ਵਿੱਚ ਅਤੇ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਹੈ। ਹਰ ਹਰ ਜਨ ਦੋਇ ਏਕ ਹੈ, ਬਿਬ ਵਿਚਾਰ ਕਿਛ ਨਾਹੀ, ਜਲ ਤੇ ਉਪਜਤ ਰੰਗ ਜਿਉਂ ਜਲ ਹੀ ਵਿਖੇ ਸਮਾਏ। ਨਾਨਕ ਗੁਰਮੁਖ ਆਪ ਪਛਾਣੇ, ਪ੍ਰਭ ਜੈਸੇ ਅਬਿਨਾਸੀ। ਜਿਨ੍ਹਾਂ ਨੂੰ ਆਪਣੀ ਪਛਾਣ ਹੋ ਗਈ। ਰਾਮ ਕਬੀਰਾ ਏਕ ਭਏ ਹੈ, ਕੋ ਨਾ ਸਕੇ ਪਛਾਨੀ। ਹੁਣ ਇੱਥੇ ਜਦੋਂ ਖੇਲ ਵਿੱਚ ਆਏ, ਇਹ ਕਹਿਣ ਲੱਗਾ ਵੀ ਮੈਂ ਹਿੰਦੂ ਹਾਂ, ਦੂਜਾ ਕਹਿਣ ਲੱਗਾ ਵੀ ਮੈਂ ਸਿੱਖ ਹਾਂ, ਤੀਸਰਾ ਕਹਿਣ ਲੱਗਾ ਵੀ ਮੈਂ ਮੁਸਲਮਾਨ ਹਾਂ। ਕੋਈ ਗਿਆਨੀ ਸੀ, ਉਸਨੇ ਮਨਾ ਕਰ ਦਿੱਤਾ। ਉਸਨੇ ਕੀ ਕਿਹਾ ਵੀ ਦੋਹਾਂ 'ਤੇ ਗਿਆਨੀ ਸਿਆਣਾ। ਉਸਨੂੰ ਗਿਆਨ ਹੋ ਗਿਆ ਵੀ ਅਸੀਂ ਗਿਆਨੀ ਹਾਂ, ਅਸੀਂ ਕਿਸੇ ਆਕਾਰ ਵਿੱਚ ਆ ਕੇ ਕਿਸੇ ਧੜੇ ਨਾਲ ਨਹੀਂ ਜੁੜੇ ਹੋਏ, ਸਾਨੂੰ ਗਿਆਨ ਹੋ ਗਿਆ ਹੈ। ਉਸ ਵਕਤ ਫਿਰ ਜਦੋਂ ਗਿਆਨ ਹੋ ਗਿਆ, ਜਿਹੜਾ ਅਗਿਆਨੀ ਸੀ ਉਹ ਗਿਆਨੀ ਦੇ ਨਾਲ ਨਫ਼ਰਤ ਕਰਨ ਲੱਗਾ ਵੀ ਇਹ ਆਪਣੇ ਆਪ ਨੂੰ ਵੱਖਰਾ ਸਮਝਦੇ ਨੇ, ਇਹ ਕੋਈ ਨਿਰੰਕਾਰ ਦੀ ਗੱਲ ਕਰਦੇ ਨੇ, ਇਹ ਉਸ ਦੀ ਗੱਲ ਕਰਦੇ ਨੇ ਜਿਹੜਾ ਸਾਰੇ ਪਾਸੇ ਮੌਜੂਦ ਹੈ, ਹਾਜ਼ਰ ਨਾਜ਼ਰ ਹੈ। ਅਸੀਂ ਪੂਜਾ ਅਰਚਾ ਕਰਦੇ ਹਾਂ, ਅਸੀਂ ਆਰਤੀ ਕਰਦੇ ਹਾਂ, ਅਸੀਂ ਡੰਡੌਤ ਕਰਦੇ ਹਾਂ, ਅਸੀਂ ਅਸਥਾਨ ਬਣਾਇਆ ਹੋਇਆ ਹੈ। ਇਹ ਉਸ ਦੀ ਗੱਲ ਕਰਦੇ ਨੇ ਜਿਸ ਦਾ ਕੋਈ ਅਸਥਾਨ ਹੀ ਨਹੀਂ ਹੈ, ਜਿਹੜਾ ਹਰ ਥਾਂ ਹੈ, ਜਿਸ ਦਾ ਕੋਈ ਆਕਾਰ ਹੀ ਨਹੀਂ ਹੈ। ਉਹ ਨਫ਼ਰਤ ਕਰਨ ਲੱਗਾ। ਉਸਨੇ ਦੁਬਿਧਾ ਵਿੱਚ ਆ ਕੇ, ਈਰਖਾ ਵਿੱਚ ਆ ਕੇ, ਨਫ਼ਰਤ ਵਿੱਚ ਆ ਕੇ ਇਸ ਗਿਆਨੀ ਦੇ ਨਾਲ ਦੁਬਿਧਾ ਕਮਾਉਣੀ ਸ਼ੁਰੂ ਕੀਤੀ। ਇਸ ਦੀ ਨਿੰਦਿਆ ਚੁਗਲੀ ਕਰਨ ਲੱਗਾ ਵੀ ਉਹ ਦੇਖੋ ਉਹ ਨਾਮ ਜਪਦਾ ਹੈ, ਉਹ ਦੇਖੋ ਸੰਗਤ ਵਿੱਚ ਆ ਕੇ ਸਿਮਰਨ ਕਰਦਾ ਹੈ। ਗੱਲ ਕੁਝ ਵੀ ਨਹੀਂ ਸੀ। ਨਾਮ ਜਪਦਾ ਹੈ, ਸਿਮਰਨ ਕਰਦਾ ਹੈ, ਆਪਦੇ ਵਾਸਤੇ, ਉਹ ਆਪਦੇ ਮਨ ਵਾਸਤੇ ਉੱਦਮ ਕਰ ਰਿਹਾ ਹੈ। ਦੂਸਰੇ ਨੂੰ ਦੁਬਿਧਾ ਕਿਉਂ ਹੋਈ? ਕਿਉਂਕਿ ਖੇਲ ਸੀ ਮਾਇਆ ਦਾ ਵੀ ਜਦੋਂ ਜੀਵ ਇੱਧਰ ਆਉਂਦਾ ਹੈ, ਉਹ ਧੜਿਆਂ ਦੇ ਵਿੱਚ ਵੰਡਿਆ ਜਾਂਦਾ ਹੈ। ਉਹ ਕਿਸੇ ਧੜੇ ਨਾਲ ਜੁੜ ਜਾਂਦਾ ਹੈ। ਉਹ ਫਿਰ ਉਸੇ ਨਾਲ ਜੁੜ ਕੇ ਖੁਸ਼ ਹੈ, ਉਸ ਨੂੰ ਛੱਡਣਾ ਨਹੀਂ ਚਾਹੁੰਦਾ।
ਕੋਈ ਵੀ ਕਿਸੇ ਵੀ ਧਰਮ ਦਾ ਜੀਵ ਹੈ, ਕਿਸੇ ਵੀ ਸੰਸਥਾ ਨਾਲ ਜੁੜਿਆ ਹੋਇਆ ਜੀਵ ਹੈ, ਕਿਸੇ ਜਾਤ ਬਰਾਦਰੀ ਨਾਲ ਜੁੜਿਆ ਹੋਇਆ ਜੀਵ ਹੈ, ਉਹ ਉਸੇ ਨੂੰ ਲਿਖਾ ਕੇ ਆਪਦੇ ਨਾਲ ਖੁਸ਼ ਹੈ। ਉਹ ਪਰਮਾਤਮਾ ਵਰਗਾ ਨਹੀਂ ਹੋਣਾ ਚਾਹੁੰਦਾ, ਉਹ ਮਾਇਆ ਦੇ ਵਿੱਚ ਰਹਿ ਕੇ ਹੀ ਆਪਦਾ ਉਹ ਖੁਸ਼ ਹੈ। ਇਸ ਕਰਕੇ ਗਿਆਨੀ ਅਤੇ ਅਗਿਆਨੀਆਂ ਦਾ, ਭਗਤਾਂ ਤੇ ਸੰਸਾਰੀਆਂ ਦਾ ਆਪਸ ਵਿੱਚ ਫਿਰ ਜੋੜ ਨਹੀਂ ਆਉਂਦਾ। ਭਗਤ ਗੱਲ ਕਰਦੇ ਨੇ ਇੱਕ ਦੀ, ਉਹ ਦੂਸਰੇ ਦੀ ਗੱਲ ਕਰਦਾ ਹੈ। ਉਹ ਦ੍ਰਿਸ਼ਟਮਾਨ ਨਾਲ ਜੁੜਿਆ ਹੋਇਆ ਹੈ। ਇਸ ਤਰ੍ਹਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਿਆ ਵੀ ਜਿਨ੍ਹਾਂ ਨੂੰ ਵੀ ਮਾਲਕ ਨੇ ਆਪ ਦਾ ਆਪਾ ਜਣਾਇਆ, ਖੁਸ਼ ਹੋਇਆ, ਉਹਨਾਂ ਨੂੰ ਪਰਮਾਤਮਾ ਦਾ ਜੋ ਚੌਥੇ ਪਦ ਵਿੱਚ ਗਏ ਅਸਲੀ ਸਰੂਪ ਸੀ, ਉਸ ਦਾ ਭੇਤ ਆਇਆ। ਉਸ ਨੂੰ ਮਹਾਰਾਜ ਕਹਿੰਦੇ ਨੇ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਹਿ ਗੁਣ ਤੇ ਪ੍ਰਭ ਭਿੰਨ, ਤਿਸੈ ਬੁਝਾਵੇ ਨਾਨਕਾ ਜਿਸ ਹੋਵੈ ਸੁਪਰਸੰਨ। ਜਦੋਂ ਉਹ ਖੁਸ਼ ਹੋਇਆ ਪਰਮਾਤਮਾ ਭਗਤ ਦੇ ਉੱਪਰ, ਗੁਰਮੁਖ ਦੇ ਉੱਪਰ, ਗੁਰਮੁਖ ਦੀ ਦਿਵ ਦ੍ਰਿਸ਼ਟ ਹੋਈ, ਉਹ ਜਾਗਰਤ ਅਵਸਥਾ ਵਿੱਚ ਆਇਆ। ਉਸ ਨੇ ਦੇਖਿਆ ਸਭੇ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਉਸ ਨੇ ਦੇਖਿਆ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਰਹੀ ਕੋਈ। ਉਸ ਨੇ ਦੇਖਿਆ ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ 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 ਖੇਲਨ ਅੰਤ ਕੋ ਫਿਰ ਏਕ। ਵੀ ਇਹ ਤਾਂ ਉਸਦਾ ਆਪ ਦਾ ਖੇਲ ਹੈ। ਇਸ ਕਰਕੇ ਹੁਣ ਜਿਹੜਾ ਇੱਥੇ ਆ ਕੇ ਨਫ਼ਰਤ ਕਰਦਾ ਹੈ, ਦੁਵਿਧਾ ਕਰਦਾ ਹੈ ਉਸ ਦੇ ਬਣਾਏ ਹੋਏ ਕਿਸੇ ਸਰੀਰ ਦੇ ਨਾਲ, ਤੇ ਸਮਝ ਲਓ ਉਹ ਪਰਮਾਤਮਾ ਦੇ ਹੁਕਮ ਦੀ ਅਵਦੂਲੀ ਕਰ ਰਿਹਾ ਹੈ। ਉਸ ਨੂੰ ਮਾਲਕ ਦਾ ਹੁਕਮ, ਪਰਮਾਤਮਾ ਦਾ ਸੰਵਿਧਾਨ ਚੰਗਾ ਨਹੀਂ ਲੱਗਦਾ। ਤੇ ਜੇ ਤੁਸੀਂ ਹੁਣ ਕਿਸੇ ਨਾਲ ਨਫ਼ਰਤ ਕਰੋਗੇ, ਕਿਸ ਨਾਲ ਕਰੋਗੇ? ਤੁਸੀਂ ਹੁਣ ਪਛਾਣ ਲਿਆ ਹੈ ਕਿ ਤੁਸੀਂ ਪਰਮਾਤਮਾ ਹੀ ਹੋ, ਤੁਸੀਂ ਪਰਮਾਤਮਾ ਤੋਂ ਵੱਖਰੇ ਨਹੀਂ ਹੋ। ਸਦਾ ਅੰਗ ਸੰਗੇ ਅਭੰਗੰ ਵਿਭੂਤੇ, ਤਨ ਮੈਂ ਹਰ ਹੈ, ਹਰ ਮੈਂ ਤਨ ਹੈ, ਸਰਬ ਨਿਰੰਤਰ ਸੋਏ। ਕਹੋ ਕਬੀਰ ਰਾਮ ਨਾਮ ਨਾ ਛੋਡੋ, ਸਹਿਜੇ ਹੋਏ ਸੋ ਹੋਏ। ਹੁਣ ਜਿਨ੍ਹਾਂ ਨੇ ਸਹਿਜ ਵਿੱਚ ਗਏ, ਚੌਥੇ ਪਦ ਵਿੱਚ ਗਏ, ਉਹਨਾਂ ਨੇ ਵਾਕਈ ਹੀ ਦੇਖ ਲਿਆ ਹਰ ਹਰ ਜਨ ਦੋਏ ਏਕ ਹੈ। ਉਹਨਾਂ ਨੇ ਵਾਕਈ ਹੀ ਸਮਝ ਲਿਆ ਵੀ ਹਰ ਇੱਕ ਦੇ ਅੰਦਰ ਉਸੇ ਦੀ ਜੋ ਜੋਤ ਉਹ ਕੰਮ ਕਰ ਰਹੀ ਹੈ। ਸੋ ਗੁਰਮੁਖਾਂ ਨੇ ਸਭ ਤੋਂ ਪਹਿਲਾਂ ਇਹ ਨਿੰਦਿਆ ਚੁਗਲੀ ਹੀ ਛੱਡੀ ਵੀ ਜੇ ਕੋਈ ਸਾਡੀ ਨਿੰਦਿਆ ਕਰਦਾ ਹੈ ਜਾਂ ਸਾਡੇ ਨਾਲ ਨਫ਼ਰਤ ਕਰਦਾ ਹੈ, ਉਹ ਭੁੱਲਿਆ ਹੋਇਆ ਹੈ, ਉਸ ਨੂੰ ਮਨਮੁਖ ਕਹਿਤਾ ਹੈ। ਤੇ ਸਾਨੂੰ ਗੁਰੂ ਨੇ ਸਮਝਾ ਦਿੱਤਾ ਵੀ ਕਿਸੇ ਦੀ ਨਿੰਦਿਆ, ਨਫ਼ਰਤ, ਦੁਬਦਾ, ਈਰਖਾ ਦੇ ਬਚਨ ਕਰੋਗੇ, ਤੁਸੀਂ ਵੀ ਭੁੱਲ ਜਾਓਗੇ। ਇਸ ਕਰਕੇ ਕਿਸੇ ਦੇ ਨਾਲ ਵੈਰ, ਵਿਰੋਧ, ਈਰਖਾ, ਨਫ਼ਰਤ ਉਹ ਨਾ ਰੱਖੋ। ਇਸ ਗੱਲ ਨੂੰ ਯਾਦ ਰੱਖੋ ਵੀ ਇਸ ਪਰਮਾਤਮਾ ਦਾ ਸਰਗੁਣ ਸਰੂਪ ਹੈ। ਭੁੱਲਿਆ ਹੋਇਆ ਹੈ ਉਹ ਅਲੱਗ ਗੱਲ ਹੈ, ਪਰ ਤੁਸੀਂ ਜਾਣਦੇ ਹੋ। ਇਸ ਕਰਕੇ ਹਰੀ ਦੇ ਜਨ ਨੂੰ ਤੁਸੀਂ ਕਦੇ ਵੀ ਨਿੰਦਿਆ ਚੁਗਲੀ ਕਰਦੇ ਨਹੀਂ ਸੁਣੋਗੇ। ਉਹ ਕੀ ਗੱਲਾਂ ਕਰੇਗਾ? ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਕਦੇ ਵੀ ਗੁਰਮੁਖ ਨਿੰਦਿਆ ਚੁਗਲੀ ਨਹੀਂ ਕਰਦੇ ਤੇ ਨਾ ਹੀ ਸੁਣਦੇ ਵੀ ਨੇ, ਕਿਉਂਕਿ ਸੁਣਨ ਵਾਲਾ ਵੀ ਅੰਦਰ ਗੰਦਗੀ ਆਪਦੇ ਲੈ ਜਾਂਦਾ ਹੈ। ਸੋ ਇਸ ਕਰਕੇ ਗੁਰਮੁਖ ਨੇ ਸਭ ਤੋਂ ਪਹਿਲਾਂ ਨਿੰਦਿਆ ਚੁਗਲੀ ਛੱਡ ਦੇਣੀ ਹੈ। ਸਭ ਤੋਂ ਪਹਿਲਾਂ ਉਸਨੇ ਇਸ ਨੂੰ ਤਿਆਗ ਕਰਨਾ ਹੈ, ਕਿਸੇ ਦੇ ਔਗਣਾਂ ਨੂੰ ਵਿਚਾਰਨਾ। ਉਹ ਦੇਖੋ ਕੀ ਕਰਦਾ ਸੀ, ਉਹ ਮਾੜਾ ਹੈ, ਉਹ ਦੇਖੋ ਚੰਗਾ ਹੈ। ਜਦੋਂ ਅਸੀਂ ਦੋ ਜੀਵ ਬੈਠਦੇ ਹਾਂ, ਤੀਸਰੇ ਨੂੰ ਵਿੱਚ ਲੈ ਲੈਂਦੇ ਹਾਂ। ਜਦੋਂ ਤੀਸਰੇ ਦੀ ਗੱਲ ਚੱਲਦੀ ਹੈ, ਉਹ ਨਿੰਦਿਆ ਹੁੰਦੀ ਹੈ ਜਾਂ ਉਸਤਤ ਹੁੰਦੀ ਹੈ।
ਨਿੰਦਿਆ ਮਹਾਰਾਜ ਕੀ ਅਵਸਥਾ ਦੱਸ ਰਹੇ ਨੇ, ਉਸਤਤ ਨਿੰਦਾ ਦੋ ਵਿਵਰਜਿਤ। ਤੁਸੀਂ ਦੋਵੇਂ ਹੀ ਨਹੀਂ ਕਰਨੀਆਂ। ਉਸਤਤ ਮਨ ਮਹਿ ਕਰ ਨਿਰੰਕਾਰ। ਤੁਸੀਂ ਉਸਤਤ ਕਰੋ, ਪਰਮਾਤਮਾ ਦੀ ਕਰੋ। ਤੇ ਜੇ ਔਗਣ ਹੀ ਦੇਖਣੇ ਨੇ ਤੇ ਆਪਦੇ ਦੇਖੋ, ਆਪਦੇ ਅੰਦਰ ਝਾਤੀ ਮਾਰੋ ਵੀ ਤੁਹਾਡੇ ਅੰਦਰ ਕੀ ਕੀ ਔਗਣ ਨੇ। ਦੂਸਰੇ ਨੂੰ ਦੇਖੋਗੇ, ਉਸ ਦੀ ਵਿਚਾਰ ਕਰੋਗੇ, ਉਹ ਤੁਹਾਡੇ ਅੰਦਰ ਪ੍ਰਵੇਸ਼ ਹੁੰਦੇ ਜਾਣਗੇ, ਕਿਉਂਕਿ ਧਿਆਨ ਦਾ ਖੇਲ ਹੈ। ਜਿਵੇਂ ਜਿਵੇਂ ਤੁਸੀਂ ਜਿਸ ਦਾ ਧਿਆਨ ਧਰਦੇ ਹੋ, ਜਿਸ ਦੀਆਂ ਗੱਲਾਂ ਕਰਦੇ ਹੋ, ਉਹੋ ਜਿਹਾ ਅੰਦਰ ਮਨ ਦਾ ਸਰੂਪ ਬਦਲਦਾ ਜਾਏਗਾ। ਇਸ ਕਰਕੇ ਤੁਸੀਂ ਪਰਮਾਤਮਾ ਦਾ ਧਿਆਨ ਧਰੋਗੇ, ਪਰਮਾਤਮਾ ਵਰਗੇ ਹੁੰਦੇ ਜਾਓਗੇ। ਪਰਮਾਤਮਾ ਦੀਆਂ ਗੱਲਾਂ ਕਰੋਗੇ, ਪਰਮਾਤਮਾ ਦਾ ਤੁਹਾਡੇ 'ਤੇ ਅਸਰ ਹੋਏਗਾ। ਜੇ ਤੁਸੀਂ ਕਿਸੇ ਦੀਆਂ ਗੱਲਾਂ ਕਰੋਗੇ, ਸੁਭਾਅ ਉਸ ਤਰ੍ਹਾਂ ਦਾ ਬਣਦਾ ਜਾਏਗਾ। ਇੱਥੇ ਹੁਣ ਆਪਾਂ ਦੇਖਣਾ ਹੈ ਵੀ ਕੀ ਕਰਨਾ ਹੈ। ਸੁਣੇ ਜਾਗਿਆ ਹੋਇਆ ਹੈ, ਇਹ ਗਿਆਨੀ ਹੈ। ਇਸ ਨੂੰ ਕਹਿ ਦਿੱਤਾ ਵੀ ਤੂੰ ਕਿਸੇ ਦੀ ਨਿੰਦਿਆ, ਚੁਗਲੀ, ਨਫ਼ਰਤ, ਦੁਬਿਧਾ ਉਹ ਨਹੀਂ ਕਰਨੀ। ਨਾ ਤਾਂ ਇਸਨੇ ਕੋਈ ਦਵੈਤ ਭਰੇ ਬਚਨ ਬੋਲਣੇ ਨੇ, ਨਾ ਹੀ ਇਸਨੇ ਕੋਈ ਨਿੰਦਿਆ ਚੁਗਲੀ ਦੇ ਬਚਨ ਬੋਲਣੇ ਨੇ ਤੇ ਸੁਣਨੇ ਨੇ। ਇਹਨਾਂ ਦੋਹਾਂ ਦਾ ਤਿਆਗ ਕਰਾਉਣ ਤੋਂ ਬਾਅਦ ਹੁਣ ਉਹ ਕਹਿੰਦੇ ਨੇ ਵੀ ਤੁਸੀਂ ਇਸ ਗੱਲ ਨੂੰ ਸਮਝ ਗਏ ਹੋ ਵੀ ਸਾਰੇ ਉਸੇ ਵਿੱਚੋਂ ਪੈਦਾ ਹੋਏ ਨੇ। ਪਰ ਖੇਲ ਹੈ, ਜਦੋਂ ਪੈਦਾ ਕਰਦਾ ਹੈ ਇਹ ਸ਼ਬਦ ਨਾਲੋਂ ਲਿਵ ਤੋੜ ਦਿੰਦਾ ਹੈ। ਆਹ ਜੋ ਸ਼ਬਦ ਹੈ, ਇਸ ਨਾਲੋਂ ਸਾਡੇ ਮਨ ਦੀ ਲਿਵ ਇਹ ਟੁੱਟ ਜਾਂਦੀ ਹੈ। ਜਿਉਂ ਹੀ ਸ਼ਬਦ ਨਾਲੋਂ ਲਿਵ ਟੁੱਟਦੀ ਹੈ, ਮਾਇਆ ਦਾ ਖੇਲ ਸ਼ੁਰੂ ਹੋ ਜਾਂਦਾ ਹੈ। ਤੇ ਜਦੋਂ ਮਾਇਆ ਦਾ ਖੇਲ ਚੱਲਦਾ ਹੈ, ਅੰਦਰੋਂ ਸਾਨੂੰ ਉਸ ਪਰਮਾਤਮਾ ਦੇ ਸਰੂਪ ਦਾ ਭੇਤ ਨਹੀਂ ਰਹਿੰਦਾ, ਸ਼ਬਦ ਦਾ ਭੇਤ ਨਹੀਂ ਰਹਿੰਦਾ, ਫਿਰ ਅਸੀਂ ਇਸ ਮਾਇਆ ਦੇ ਦੇਸ਼ ਵਿੱਚ ਆ ਕੇ ਗਾਫਲ ਹੋ ਜਾਂਦੇ ਹਾਂ। ਉਸ ਅਵਸਥਾ ਵਿੱਚ ਸਾਡੇ ਬਚਨ ਬਦਲ ਜਾਂਦੇ ਨੇ, ਅਸੀਂ ਹਉਮੈ ਵਿੱਚ ਆ ਜਾਂਦੇ ਹਾਂ, ਨਿੰਦਿਆ ਅਤੇ ਚੁਗਲੀ ਵਿੱਚ ਚੱਲ ਪੈਂਦੇ ਹਾਂ। ਤੇ ਸਾਡੇ ਉੱਪਰ, ਇਸ ਮਨ ਦੇ ਉੱਪਰ ਇਹ ਮਾਇਆ ਦਾ ਅਸਰ ਹੋਣਾ, ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ ਹੈ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਹੋਰ ਸਮਝਾਉਣ ਲੱਗੇ, ਇਹ ਦੋਨਾਂ ਦੇ ਤਿਆਗ ਤੋਂ ਬਾਅਦ ਤੁਸੀਂ ਇਹ ਸਮਝ ਲੈਣਾ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਕਿਉਂਕਿ ਔਗਣ ਤਾਂ ਹਰ ਇੱਕ ਵਿੱਚ ਨੇ, ਭੁੱਲਣ ਅੰਦਰ ਸਭ ਕੋ, ਅਭੁੱਲ ਗੁਰੂ ਕਰਤਾਰ। ਪਰਮਾਤਮਾ ਨਹੀਂ ਭੁੱਲਦਾ, ਗੁਰੂ ਨਹੀਂ ਭੁੱਲਦਾ, ਬਾਕੀ ਸਾਰੇ ਭੁੱਲ ਸਕਦੇ ਨੇ। ਇਸ ਕਰਕੇ ਜੇ ਤੁਸੀਂ ਔਣਤਾਈਆਂ ਦੇਖੋਗੇ ਤੇ ਕੱਢਣ ਵਾਲਿਆਂ ਨੇ ਪਰਮਾਤਮਾ ਨੂੰ ਵੀ ਗਲਤ ਕਹਿ ਦਿੱਤਾ ਹੈ ਕਿ ਪਰਮਾਤਮਾ ਨੇ ਸਾਨੂੰ ਨਹੀਂ ਕੁਝ ਦਿੱਤਾ, ਦੇਖੋ ਉੱਧਰ ਉਸ ਨੂੰ ਕਾਫੀ ਕੁਝ ਦੇ ਦਿੱਤਾ ਹੈ। ਅਸੀਂ ਪਰਮਾਤਮਾ 'ਤੇ ਵੀ ਦੋਸ਼ ਲਾਉਣ ਲੱਗੇ ਹਾਂ, ਸਮਾਂ ਨਹੀਂ ਲਾਉਂਦੇ, ਕਿਉਂਕਿ ਮਾਇਆ ਨਾਲ ਜੁੜ ਗਏ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਜੇ ਪਰਮਾਤਮਾ ਨੂੰ ਹੀ ਮਨਮੁਖ ਨਹੀਂ ਬਖਸ਼ਦਾ, ਫਿਰ ਉਹ ਤੁਹਾਡੇ ਨਾਲ ਵੀ ਉਸ ਦਾ ਸੰਬੰਧ ਉਹ ਸੀਮਤ ਹੀ ਹੈ। ਜਿਸ ਨੇ ਸਾਰਾ ਕੁਝ ਦਿੱਤਾ ਹੈ, ਉਸੇ ਨੂੰ ਹੀ ਨਹੀਂ ਚਿਤਾਰਦਾ। 10 ਬਸਤਕ ਨੂੰ ਛੱਡ ਕੇ ਏਕ ਬਸਤਕ ਕਾਰਨ ਬਿਖੋਟ ਗਵਾਉਂਦਾ ਹੈ, ਉਸ ਨੂੰ ਤੁਸੀਂ ਕੀ ਆਪਦਾ ਸਮਝੋਗੇ। 10 ਵਸਤੂ ਲੈ ਪਾਛੇ ਪਾਵੇ, ਏਕ ਬਸਤਕ ਕਾਰਨ ਬਿਖੋਟ ਗਵਾਵੇ, ਏਕ ਭੀਨਾ ਦੇ 10 ਭੀ ਹਿਰਲੇ, ਤਉ ਮੂੜਾ ਕਹੋ ਕਹਾ ਕਰੇ। ਕਿ ਜੇ ਉਸਨੇ ਸਰੀਰ ਦੇ ਕੇ ਇਸ ਵਿੱਚ ਕੋਈ ਡਿਫੈਕਟ ਪੈਦਾ ਕਰ ਦਿੱਤਾ, ਫਿਰ ਕੀ ਕਰੇਗਾ। ਤੂੰ ਕਿਸੇ ਹੋਰ ਨੂੰ ਦੇਖੀ ਜਾ ਰਿਹਾ ਹੈ, ਤ੍ਰਿਸ਼ਨਾ ਦਾ ਗੁਲਾਮ ਹੋਈ ਜਾ ਰਿਹਾ ਹੈ। ਜੋ ਦਿੱਤਾ ਹੋਇਆ ਹੈ ਉਸ ਦਾ ਤੂੰ ਕਦੀ ਉਸ ਦਾ ਸ਼ੁਕਰਾਨਾ ਨਹੀਂ ਕੀਤਾ। ਤੇ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ, ਸਭ ਤੋਂ ਪਹਿਲਾਂ ਤਾਂ ਤੇਰੇ ਸਵਾਸ ਹੀ ਇਹ ਕੀਮਤੀ ਬੜੇ ਨੇ। ਤੈਨੂੰ ਸਵਾਸ ਦੇ ਰਿਹਾ ਹੈ, ਜਿਸ ਕਰਕੇ ਤੇਰਾ ਘਰ ਹੈ, ਪਰਿਵਾਰ ਹੈ, ਸੰਸਾਰ ਹੈ, ਤੂੰ ਆਨੰਦ ਕਰਦਾ ਫਿਰਦਾ ਹੈ। ਤੇ ਜੇ ਸਵਾਸ ਹੀ ਰੋਕ ਦੇ ਤੇ ਕੀ ਕਰੇਗਾ। ਇਸ ਕਰਕੇ ਤੂੰ ਉਸ ਨੂੰ ਸਮਝ, ਉਸ ਦੇ ਹੁਕਮ ਵਿੱਚ ਆ। ਅਗਣਤ ਸਾਹ ਆਪਣੀ ਦੇ ਰਾਸ, ਖਾਤ ਪੀਤ ਵਰਤੈ ਆਨੰਦ ਉਲਾਸ, ਆਪਣੀ ਅਮਾਨ ਕਿਛ ਬਹੁਰ ਸਾਹ ਲੈ, ਅਗਿਆਨੀ ਮਨ ਰੋਸ ਕਰੇ।
ਮਨਮੁਖ ਦਾ ਰੋਸ ਹੀ ਰਹਿੰਦਾ ਹੈ, ਰੁੱਸਿਆ ਹੀ ਰਹਿੰਦਾ ਹੈ। ਕਦੀ ਪਰਿਵਾਰ ਵਿੱਚ ਝਗੜਾ, ਉੱਥੋਂ ਰੁੱਸ ਗਿਆ, ਕਦੀ ਗੁਰੂ ਨਾਲ ਰੁੱਸ ਗਿਆ, ਕਦੀ ਪਰਮਾਤਮਾ ਤੋਂ ਰੁੱਸ ਗਿਆ, ਦੁਖੀ ਹੀ ਰਹਿੰਦਾ ਹੈ ਤੇ ਆਪ ਦੀ ਹਉਮੈ ਵਿੱਚ ਹੀ ਤੁਰਿਆ ਹੋਇਆ ਹੈ। ਸੋ ਉਹ ਗੁਰਮੁਖ ਨੂੰ ਇਸ ਨੂੰ ਹੁਣ ਸਰਗੁਣ ਰੂਪ ਨੂੰ ਸਮਝਾਇਆ ਵੀ ਤੂੰ ਹਉਮੈ ਵੀ ਨਹੀਂ ਕਰਨੀ। ਹਉਮੈ ਦੀਰਘ ਰੋਗ ਹੈ। ਜੇ ਹੰਕਾਰ ਕਰੇਗਾ ਸਭ ਤੋਂ ਪਹਿਲਾਂ ਤੈਨੂੰ ਹੀ ਸੇਕ ਲੱਗੇਗਾ, ਦੁਖੀ ਹੋਏਗਾ, ਆਪ ਤਾਂ ਹੋਏਗਾ ਹੀ, ਦੂਸਰੇ ਨੂੰ ਵੀ ਕਰੇਗਾ, ਕਿਉਂਕਿ ਹਉਮੈ ਵਿੱਚ ਬਚਨ ਬਦਲ ਜਾਂਦੇ ਨੇ, ਭਾਸ਼ਾ ਬਦਲ ਜਾਂਦੀ ਹੈ। ਸੋ ਹਉਮੈ ਦਾ ਤਿਆਗ ਕਰੋ। ਤੇ ਮਹਾਰਾਜ ਨੇ ਆਪਾਂ ਨੂੰ ਦੱਸ ਦਿੱਤਾ ਕਿ ਜਦੋਂ ਵੀ ਇਸ ਮਾਰਗ 'ਤੇ ਚੱਲੋ, ਇਹਨਾਂ ਔਗਣਾਂ ਦਾ ਤਿਆਗ ਕਰੋ ਤੇ ਉੱਠਤ ਬੈਠਤ ਕੋਸ਼ਿਸ਼ ਕਰੋ ਪਰਮਾਤਮਾ ਦੇ ਹੁਕਮ ਵਿੱਚ ਚੱਲੋ। ਉੱਠਤ ਬੈਠਤ ਸੋਵਤ ਜਾਗਤ ਗੁਰਮੰਤਰ ਹਿਰਦੇ ਚਿਤਾਰ। ਲੋਕ ਲਾਜ ਤੋਂ ਉੱਪਰ ਉੱਠੋ, ਦੁਨੀਆ ਦੀਆਂ ਚਤੁਰਾਈਆਂ, ਦੁਨੀਆ ਦੀਆਂ ਵਡਿਆਈਆਂ ਨੂੰ ਛੱਡ ਕੇ ਪਰਮਾਤਮਾ ਦੇ ਨਾਲ ਜੁੜੋ। ਉਸ ਵਾਸਤੇ ਚੌਥੀ ਉਹਨਾਂ ਨੇ ਸਾਨੂੰ ਸਮਝਾਈ, ਲੋਕ ਲਾਜ ਨਾ ਕਰੋ, ਲੋਕ ਲੱਜਾ ਤੋਂ ਉੱਪਰ ਉਠੋ ਤੇ ਉਸ ਤਰੀਕੇ ਨਾਲ ਚੱਲੋ ਜਿਸ ਤਰ੍ਹਾਂ ਇੱਕ ਭੁੱਖਾ ਹੈ, ਉਸ ਨੂੰ ਭੋਜਨ ਦੀ ਭੁੱਖ ਲੱਗੀ, ਉਸਨੇ ਖਾਣਾ ਸ਼ੁਰੂ ਕਰ ਦਿੱਤਾ। ਉਹਨਾਂ ਚਿਰ ਜਿੰਨਾ ਚਿਰ ਉਸਦੀ ਭੁੱਖ ਨਹੀਂ ਦੂਰ ਹੁੰਦੀ, ਉਹ ਨਾ ਤਾਂ ਦੇਖਦਾ ਹੈ ਵੀ ਮੈਂ ਬੈਠਾ ਹਾਂ, ਨਾ ਮੈਂ ਖੜਾ ਹਾਂ, ਨਾ ਕੋਈ ਮੈਨੂੰ ਦੇਖ ਰਿਹਾ ਹੈ। ਜਿੱਥੇ ਵੀ ਹਾਲਤ ਵਿੱਚ ਉਸਨੂੰ ਭੋਜਨ ਮਿਲਦਾ ਹੈ, ਉਹ ਖਾਣਾ ਸ਼ੁਰੂ ਕਰ ਦਿੰਦਾ ਹੈ। ਹੁਣ ਅਸੀਂ ਇੱਥੇ ਗਲਤ ਹੋ ਜਾਂਦੇ ਹਾਂ। ਅਸੀਂ ਸਮਾਂ ਬੰਨ੍ਹਦੇ ਹਾਂ ਵੀ ਸਵੇਰੇ ਕਰਾਂਗੇ, ਦੁਪਹਿਰ ਵੇਲੇ ਕਰ ਲਾਂਗੇ, ਸ਼ਾਮ ਨੂੰ ਕਰ ਲਾਂਗੇ। ਜਿੰਨੀ ਭੁੱਖ ਲੱਗਦੀ ਹੈ ਉਸ ਮੁਤਾਬਕ ਸਮਾਂ ਨਹੀਂ ਦੇਖਿਆ ਜਾਂਦਾ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚਲੀਐ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਇਆ। ਸੋ ਇਸ ਕਰਕੇ ਸਾਨੂੰ ਨਾ ਭੁੱਖ ਲੱਗਣ ਕਰਕੇ ਉਹ ਫਿਰ ਰੂਟੀਨ ਬਣਾਇਆ ਗਿਆ ਹੈ ਵੀ ਸਵੇਰੇ ਉੱਠਿਆ ਕਰੋ, ਥੋੜ੍ਹਾ ਜਿਹਾ ਮਿਹਨਤ ਕਰੋ, ਅੰਦਰ ਤੜਫ ਪੈਦਾ ਹੋਵੇ। ਉਂਝ ਗੁਰਮਤ ਵਿੱਚ ਸਮਾਂ ਨਹੀਂ ਨਿਸ਼ਚਿਤ ਕੀਤਾ ਗਿਆ। ਜਿਸ ਵੀ ਹਾਲਤ ਵਿੱਚ ਹੋ, ਉਸੇ ਹਾਲਤ ਵਿੱਚ ਤੁਸੀਂ ਚੱਲਣਾ ਹੈ। ਗਾਉਂਦੇ ਉਹ ਪਰਮਾਤਮਾ ਦੇ ਉਸਤਤ ਕਰਨੀ ਹੈ। ਉੱਠਤ ਬੈਠਤ ਸੋਵਤ ਜਾਗਤ ਸਦਾ ਹੀ ਸ਼ਬਦ ਦੇ ਨਾਲ ਜੁੜਨਾ ਹੈ, ਅਨ ਦਿਨ ਜਾਗਣਾ ਹੈ। ਤੇ ਫਿਰ ਜਾ ਕੇ ਇਹ ਖਜ਼ਾਨਾ ਨਾਮ ਦਾ ਆਪਾਂ ਨੇ ਉਸ ਦਰ ਤੋਂ ਪ੍ਰਾਪਤ ਕਰਨਾ ਹੈ ਜੋ ਆਪਣੇ ਅੰਦਰ ਹੈ। ਸੋ ਇਹਨਾਂ ਔਗਣਾਂ ਨੂੰ ਹੁਣ ਆਪਾਂ ਛੱਡ ਦੇਣਾ ਹੈ ਜੋ ਇਹ ਆਪਾਂ ਨੂੰ ਸਾਰੇ ਸਮਝਾਏ ਨੇ। ਨਿੰਦਿਆ, ਚੁਗਲੀ, ਈਰਖਾ, ਨਫ਼ਰਤ, ਹਉਮੈ ਤੇ ਲੋਕ ਲਾਜ, ਇਹਨਾਂ ਦਾ ਤਿਆਗ ਕਰਕੇ ਆਪਣੇ ਆਪ ਦੀ ਪਛਾਣ ਜਦੋਂ ਸਾਨੂੰ ਹੋ ਗਈ, ਫਿਰ ਮਹਾਰਾਜ ਕਹਿੰਦੇ ਨੇ, ਨਾਨਕ ਗੁਰਮੁਖ ਆਪ ਪਛਾਣੇ ਪ੍ਰਭ ਜੈਸੇ ਅਬਿਨਾਸੀ। ਵੀ ਹੁਣ ਤੁਹਾਡੇ ਵਿੱਚ ਤੇ ਪਰਮਾਤਮਾ ਦੇ ਵਿੱਚ ਕੋਈ ਅੰਤਰ ਨਹੀਂ। ਹੁਣ ਅੰਤਰ ਕਦੋਂ ਪੈਦਾ ਹੋਇਆ? ਉਸਨੇ ਖੇਲ ਖੇਲਿਆ ਇੱਕ ਮਾਲਕ ਨੇ। ਜਦੋਂ ਉਸਨੇ ਖੇਲ ਖੇਲਿਆ, ਉਸਨੇ ਅੰਦਰ ਬੈਠੇ ਹੋਏ ਨੇ ਇਸ ਨੂੰ ਭੁਲਾ ਦਿੱਤਾ। ਇਹ ਭੁੱਲ ਗਿਆ ਵੀ ਮੈਂ ਕੌਣ ਹਾਂ। ਇਸ ਦਾ ਦਰ ਬੰਦ ਕਰ ਦਿੱਤਾ। ਜਦੋਂ ਇਸ ਦਾ ਦਰ ਬੰਦ ਹੋਇਆ, ਇੱਕ ਦੂਸਰੇ ਨੂੰ ਦੇਖ ਕੇ ਦੂਸਰੇ ਦੇ ਨਾਲ ਨਫ਼ਰਤ ਕਰਨ ਲੱਗਾ। ਉਸ ਦੇ ਮਾੜੇ ਚੰਗੇ ਉਸ ਬਾਰੇ ਮਨ ਵਿੱਚ ਵਿਚਾਰ ਲੈ ਕੇ ਨਿੰਦਿਆ ਚੁਗਲੀ ਵਿੱਚ ਚੱਲ ਪਿਆ। ਗੁਰਮੁਖਾਂ ਨਾਲ ਵੀ ਨਫ਼ਰਤ ਕਰਨ ਲੱਗਾ। ਹੁਣ ਮਹਾਰਾਜ ਕਹਿੰਦੇ ਨੇ, ਮੇਰਾ ਖੇਲ ਹੈ ਵੀ ਹੈ ਇਹ ਮੇਰਾ ਹੀ ਹੈ ਰੂਪ। ਇਸ 'ਚ ਕੋਈ ਸ਼ੰਕਾ ਨਹੀਂ ਵੀ ਮਨਮੁਖ ਕਿਸੇ ਹੋਰ ਤੋਂ ਪੈਦਾ ਹੋਇਆ ਹੈ। ਮਾਤਾ ਪਿਤਾ ਉਸ ਦਾ ਵੀ ਪਰਮਾਤਮਾ ਹੈ, ਪਰ ਅੰਦਰੋਂ ਜਿਹੜੀ ਮੱਤ ਸੀ ਉਸ 'ਤੇ ਪਰਦਾ ਪਾ ਦਿੱਤਾ ਗਿਆ। ਜਦੋਂ ਮੱਤ ਦੇ ਉੱਪਰ ਪਰਦਾ ਪੈ ਗਿਆ, ਉਸ ਨੂੰ ਪਰਮਾਤਮਾ ਦਾ ਸਰੂਪ ਨਜ਼ਰ ਆਉਣਾ ਬੰਦ ਹੋ ਗਿਆ। ਉਸ ਨੂੰ ਸ਼ਬਦ ਦਾ ਭੇਤ ਬੰਦ ਹੋ ਗਿਆ। ਉਹ ਕਹਿਣ ਲੱਗਾ,
मायाधारी होके विचरन लगा। मायाधारी अत अन्ना बोला, शब्द न सुन है बहु रोल कचोला। इस नूं भुला दिता, ये मनमुख बन गया। दूसरे नूं जनाया होया सी वो गुरमुख बन गया। गुरमुख कहता है परमात्मा हर थां है, हाजिर नाजर है। ये कहता है भी परमात्मा नहीं दिसदा, मैं तो देखा नहीं। गुरमुख कहता है भी आपदा अग्गा सवार लो, काम आएगा, नाम जपया करो। मनमुख कहता है भी अग्गा किहड़े किसी ने देखा है। गुरमुख कहता है कर्म दे नाल नाल धर्म दृढ़ करो। ये कहता है भी कर्म जरूरी है, परिवार जरूरी है। एक खेल चलिया, फिर ये खेल आपां शाम नूं इस नूं अगे गुरमुख लैके चलणगे। वो त्रै गुणां दे विच आके मनमुख दा खेल किस तरह चलिया, इस नूं महाराज समझाउंदे ने अगे गुरबाणी दे विच। सब घट मेरे भी है, ये सारे अपने ही ने स्वरूप। सब घट मेरे हऊँ सबना अंदर, जिसे खुआई तिस कौन कहे। जिसे दिखाला वाटड़ी तिसे भुलावे कौन। जिसनूं कहंदे मैं अंदर बैठिया होया ने शब्द दे नाल जोड़ के अपना आपा जना दिता, उसनूं कोई एक पासे जिन्ना मर्जी कोई आके कही जाए भी नाम नहीं हुंदा, शब्द नहीं हुंदा, परमात्मा नहीं हुंदा, वो नहीं मन्नेगा, क्योंकि उसने देखा है, उसने उसका अनुभव किया है। इस करके जदों भगतां नूं उस चीज़ का भेत आया, उन्होंने इधर आके दसना शुरू कर दिता भी जिसनूं तुसीं परमात्मा कहंदे हो वो तो राम कोई होर है, तो जिस राम की मैं गल कर रहा हाँ वो रोम रोम विच समाया होया है। जिस परमात्मा का तुसीं श्रृंगार करते हो, माथे तिलक, हथ माला बाना, लोगन राम खिलौना जाना, वो परमात्मा दे वास्ते तुसीं करते हो, तुसीं गलत कर रहे हो। तो जिस परमात्मा की मैं गल कर रहा हाँ वो परमात्मा अंदर बाहर एक स्वरूप विच है, अचल मूर्त अनुभव प्रकाश है। इस करके तुसीं उस दी पछाण करो। हुण वो उन्हां दी सुणदे नहीं सन, फिर हौली हौली मालक ने आप दे भगत नूं प्रगट किया। उसनूं महाराज कहंदे ने हर का भगत प्रगट नहीं छपै। ऐसा नाम रतन निर्मोलक पुन पदार्थ पाया, अनक जतन कर हिरदे राख्या, रतन न छपै छपाया। हुण गुरमुख प्रगट होण लगे, नाम प्रगट होण लग्या। जिवें जिवें नाम प्रगट हुंदा गया, इस कलयुग दे विच शांति आउण लगी, क्योंकि विचारां विच ही कलयुग है। इधर हुण आके विचारां विच जाएगा। तुसीं होर जूना देख लो, उन्हां वास्ते कोई युग नहीं हुंदा, ना सतयुग विच उन्हां कोई फर्क पिया सी ते ना कलयुग विच है। उस वक्त भी उही अवस्था है, हुण भी उस तरह ही रहिंदे ने। जे उदों नगन सी हुण भी नगन ने, उदों घाह खांदे सी हुण भी घाह ही खांदे ने। युग जिहड़ा है वो मानस विच आके ही बदलदा है, क्योंकि विचारां दा युग है। तुहाडे विचार मिलते ने, तुहाडे परिवार विच एक मत है, तुसीं सतयुग विच बैठे हो। तुहाडे विचार टकरा गए ने, तुसीं कलयुग विच आ गए हो। तुसीं गुरु दी बाणी नाल जुड़ के सहज विच आ गए हो, सतयुग विच चले गए हो। इस करके ये युग भी गुरमुखां ने चार पहरां दे विच ही टाल दिते भी हर एक चीज़ नूं दूर दी बजाए वो नेड़े लै आउंदा कि उस समय दीयां गल्लां ना करो, चौं जोगां का हुण नबेरा। वो गल्लां होर सन भी सतयुग दे विच सत कमाया जांदा सी, द्वापर विच कुछ होर कीता जांदा सी। चौं जोगां दा उन्हां ने हुण नबेड़ा कीता है भी तुसीं दिन दे चार पहरां नूं ही चार युगां दे विच टाल सकदे हो। चार पहर चौह युग समाने, जुग जुग मेरे शरीर का एक रथ वाहो। जदों मन तमो गुणी फुरनिया में चला गया, रथ के उपर आके बैठा,
अगन अंदरों ਚੱਲਣ ਲੱਗੀ तो कलयुग शुरू हो गया। ये युगों की व्याख्या की है आशा दी वार विच, वो तुसीं पढ़ते भी हो सारा। सो इस करके खेल सारा उन्होंने सानू नेड़े करके दिखाया है भी परमात्मा नू दूर ना जानो, नेड़े है। शब्द तुहाडे अंदर है, सचखंड नू दूर ना जानो, लागे है। तुसीं दूर चले गए हो। तुहाडा मन घर नू छड्ड के, पिंड नू छड्ड के परदेश चला गया है। तुसीं वापस आओ। जदों तुसीं वापस आओगे हाज़र नाज़र है। तुसीं परदेश चले गए हो तो परदेश गए हुए वास्ते देश परदेश ही हुंदा है। उत्थे जाके आपदे देश नू परदेश कही जाता है, क्योंकि उधरला देश हुण उसका देश बन गया। तो महाराज कहते ने मन परदेसी जे थी है सब देश पराया, किस पे खोलूं गंठड़ी दुखी पर आया। हुण परदेसी है, परदेश विच रहिंदे ने, आपदा देश भुल गया, बगाने देश विच रहण दा आदी हो गया, जिस करके हुण साडे मन दा इत्थे विचारां दा खेल चलिया। सो आपां हुण कोशिश करके इस मन नूं सहज दा ते शब्द दा भेत देना है, बाहर गए हुए नूं वापस लियाउणा है। परमात्मा की खोज बाद विच करनी है, पहलों अपनी खोज करनी है कि मैं कौन हाँ, क्योंकि परमात्मा तो लगे ही है, आपां समझ लिया है हुण कि उस तो बिना तो असीं रह ही नहीं सकते। अंदर उसका शब्द चल रहा है, बाहरों पाउण दे रहा है, नहीं चलेगा खेल। शब्द निकल गया तो नहीं चलेगा, पाउण रुक गई तो नहीं चलेगा। हुण वो दूर नहीं है, असीं उल्ट चल पैंदे हाँ। असीं कहंदे भी मैं परमात्मा नूं लभण तुरिया हाँ, असीं अपने आप नूं लभण तुरे हाँ। असीं अपने आप नूं खोज रहे हाँ भी मैं कौन हाँ। आप पछाणे मैं मिले। परमात्मा किते नहीं गया, वो हाजिर है। असीं किते चले गए हाँ। असीं किते चले गए, असीं विचारां विच चले गए, पाउण विच मिले, विचारां विच दूर चले गए। मन फुरने लैन लगा, फुरने लैंदा लैंदा दूर निकल गया। इस करके फिर इसनूं वापस लिया रहे हाँ भी जदों ये वापस आ जाएगा, है हदूर कत दूर बतावो, दुंदर बंद हो सुंदर पावो। कि जिसनों तुसीं परमात्मा नूं लभण जा रहे हो, वो तुहाडे नाल ही है। अपने मन नूं वापस लियाओ। जदों मन वापस आ जाएगा, थिर कर आ जाएगा, फिर इसनों अपनी पछाण हो जाएगी। सो समा अपना समाप्त है। आओ 2-4 मिनट आप सिमरन करदे होया फिर समाप्ति करांगे। इस तरह हम थोड़ा बोलण तो बाद आप अंतरगत सहज विच आसन ला के भी बैठना है। जिमें जिमें विचार रुक जान तो शब्द की शरण विच जाना है। आओ करो इस तरह सिमरन, नेत्र बंद करके श्वास ग्रास। गुरु 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 गुरु